ਦੁਬਾਰਾ ਸਵਾਗਤ ਹੈ ਅਤੇ ਅਸੀਂ ਫੋਰਸਡ ਔਸੀਲੇਟਰ ਅਤੇ ਖਾਸ ਤੌਰ ਤੇ ਅੱਜ ਦੇ ਮੋਡਿਊਲ ਨਾਲ ਆਪਣੀਆਂ ਖੋਜਾਂ ਜਾਰੀ ਰੱਖਾਂਗੇ। ਅਸੀਂ ਫੋਰਸਡ ਅਤੇ ਡੈਂਪਡ ਔਸੀਲੇਟਰ ਲਈ Q ਵੈਲਿਊ ਨੂੰ ਇੱਕ ਵਾਰ ਫਿਰ ਦੇਖਾਂਗੇ। ਅਸੀਂ ਇੱਕ ਫੋਰਸਡ ਲਈ ਮੋਸ਼ਨ ਦੀ ਇਕੁਏਸ਼ਨ ਨੂੰ ਲਿਖਿਆ ਹੈ ਅਤੇ ਇੱਕ ਡੈਂਪਡ ਔਸੀਲੇਟਰ ਤੋਂ ਪਤਾ ਚੱਲਦਾ ਹੈ ਕਿ ਇਹ ਇੱਕ ਨੌਨ ਹੋਮੋਜੀਨੀਅਸ ਸੈਕੰਡ ਆਰਡਰ ਅਤੇ ਸਧਾਰਨ ਡਿਫਰੈਂਸ਼ੀਅਲ ਇਕੁਏਸ਼ਨ ਹੈ। ਇਹ ਵਰਣਨ ਦੀ ਕਿਸਮ ਹੈ। ਇਹ ਡਿਫਰੈਂਸ਼ੀਅਲ ਇਕੁਏਸ਼ਨ ਦੀ ਇੱਕ ਕਲਾਸ ਹੈ ਅਤੇ ਅਸੀਂ ਮੈਥਮੈਟਿਕਲ ਕੰਸੀਡਰੇਸ਼ਨਾਂ ਤੋਂ ਜਾਣਦੇ ਹਾਂ ਕਿ ਇਸ ਟਾਈਪ ਦੀਆਂ ਇਕੁਏਸ਼ਨਾਂ ਦੇ ਉਹਨਾਂ ਦੇ ਜਨਰਲ ਸੋਲੂਸ਼ਨ ਦੇ ਦੋ ਪਾਰਟ ਹੁੰਦੇ ਹਨ ਜੋ ਇੱਥੇ ਦਿਖਾਇਆ ਗਿਆ ਹੈ। ਇਸ ਲਈ T ਦਾ x ਇੱਕ ਜਨਰਲ ਸੋਲੂਸ਼ਨ ਹੈ। ਇਸ ਵਿੱਚ x C ਦੇ ਦੋ ਪਾਰਟ ਹਨ ਜਿਸਨੂੰ ਕੰਪਲੀਮੈਂਟਰੀ ਸੋਲੂਸ਼ਨ ਕਿਹਾ ਜਾਂਦਾ ਹੈ ਜੋ ਕਿ ਸਿਰਫ ਇਸ ਇਕੁਏਸ਼ਨ ਦਾ ਸੋਲੂਸ਼ਨ ਹੈ ਜਿਸ ਦੀ ਰਾਈਟ ਹੈਂਡ ਸਾਈਡ 0 ਹੈ। ਇਸ ਸਟੇਟਮੈਂਟ ਦੇ ਅਨੁਸਾਰੀ ਕੋਈ ਫੋਰਸ ਨਹੀਂ ਹੈ ਜੇਕਰ 0 0 ਦੇ ਇਕੁਅਲ ਹੈ ਅਤੇ xp ਉਹ ਹੁੰਦਾ ਹੈ ਜਿਸਨੂੰ ਅਕਸਰ ਪਾਰਟਿਕੂਲਰ ਸੋਲੂਸ਼ਨ ਕਿਹਾ ਜਾਂਦਾ ਹੈ ਜੋ ਆਮ ਤੌਰ ਤੇ ਇਸ ਪੂਰੀ ਇਕੁਏਸ਼ਨ ਲਈ ਕੋਈ ਇੱਕ ਸੋਲੂਸ਼ਨ ਹੋ ਸਕਦਾ ਹੈ। ਹੁਣ ਬੇਸ਼ੱਕ ਇਸ ਵਿਸ਼ੇਸ਼ ਸੋਲੂਸ਼ਨ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਅਸੀਂ ਇਸ ਬਾਰੇ ਨਹੀਂ ਸੋਚਾਂਗੇ ਕਿ ਇਹ ਕਿਵੇਂ ਕਰਨਾ ਹੈ। ਜੇਕਰ ਤੁਸੀਂ ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦੀ ਕਿਤਾਬ ਨੂੰ ਚੁਣਦੇ ਹੋ ਤਾਂ ਤੁਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੀ ਇਹ ਕਲਾਸ ਲਈ ਕਿਸੇ ਵੀ ਸੰਭਵ ਸੋਲੂਸ਼ਨ ਨੂੰ ਲੱਭਣ ਦੇ ਘੱਟੋ-ਘੱਟ 2-3 ਵੱਖ-ਵੱਖ ਤਰੀਕੇ ਦੇਖਣ ਦੇ ਯੋਗ ਹੋਵੋਗੇ। ਅਸੀਂ ਅਸਲ ਵਿੱਚ ਸਰੀਰਕ ਤੌਰ ਤੇ ਪ੍ਰੇਰਿਤ ਹਾਂ। ਇਸ ਲਈ ਜੇਕਰ ਤੁਸੀਂ ਇੱਕ ਭੌਤਿਕ ਸਮੱਸਿਆ ਦੇ ਰੂਪ ਵਿੱਚ ਦੇਖਦੇ ਹੋ ਤਾਂ ਤੁਸੀਂ ਇਹਨਾਂ ਦੋਨਾਂ ਭਾਗਾਂ ਦੇ ਪਾਰਟ ਅਰਥਾਂ ਨੂੰ ਹੋਰ ਭੌਤਿਕ ਭਾਸ਼ਾ ਵਿੱਚ ਜੋੜ ਸਕਦੇ ਹੋ। XC ਨੂੰ ਟ੍ਰਾਂਜ਼ੀਐਂਟ ਦੀ ਕਿਸਮ ਕਿਹਾ ਜਾਵੇਗਾ ਜੋ ਕਾਫੀ ਸਮੇਂ ਤੋਂ ਬਾਅਦ ਵੈਨਿਸ਼ ਹੋ ਜਾਵੇਗਾ ਅਤੇ ਪਾਰਟਿਕੂਲਰ ਸੋਲੂਸ਼ਨ ਉਹ ਹੋਵੇਗਾ ਜਿਸ ਨੂੰ ਸਟੇਡੀ ਸਟੇਟ ਸੋਲੂਸ਼ਨ ਕਿਹਾ ਜਾਂਦਾ ਹੈ। ਇਸ ਲਈ ਤੁਸੀਂ ਉਸ ਸੋਲੂਸ਼ਨ ਵਿੱਚ ਦਿਲਚਸਪੀ ਰੱਖਦੇ ਹੋ ਜੋ ਇਨਫਾਈਨਾਈਟ ਟਾਈਮ ਤੱਕ ਰਹਿੰਦਾ ਹੈ। ਇਸ ਲਈ ਸਟੇਡੀ ਸਟੇਟ ਉਹ ਹੈ ਜਿਸ ਤੱਕ ਤੁਸੀਂ ਟਾਈਮ ਇਨਫਿਨਿਟੀ ਵੱਲ ਵਧਦੇ ਹੋ। ਇਸ ਲਈ ਜਿੱਥੋਂ ਤੱਕ ਸਾਡਾ ਸੰਬੰਧ ਹੈ ਅਸੀਂ ਇਸ ਸਮੱਸਿਆ ਦੇ ਸਟੇਡੀ ਸਟੇਟ ਦੇ ਸੋਲੂਸ਼ਨ ਵਿੱਚ ਦਿਲਚਸਪੀ ਰੱਖਦੇ ਹਾਂ। ਹੁਣ ਆਓ ਕਿਉਂਕਿ ਅਸੀਂ ਪਹਿਲਾਂ ਹੀ ਇਸ ਦੇ ਲਈ ਸੋਲੂਸ਼ਨ ਲੱਭ ਚੁੱਕੇ ਹਾਂ ਅਤੇ ਇਹ ਪਤਾ ਚੱਲਦਾ ਹੈ ਕਿ ਸਟੇਡੀ ਸਟੇਟ ਸੋਲੂਸ਼ਨ ਬਸ ਡਰਾਈਵਿੰਗ ਫ੍ਰੀਕੁਐਂਸੀ ਦੇ ਸਮਾਨ ਫ੍ਰੀਕੁਐਂਸੀ ਵਾਲਾ ਔਸੀਲੇਟਰੀ ਸੋਲੂਸ਼ਨ ਹੈ। ਇਸ ਲਈ ਮੇਰੀ ਡਰਾਈਵਿੰਗ ਫ੍ਰੀਕੁਐਂਸੀ ਇਹ ਕੁਆਂਟੀਟੀ ਹੈ ਜੋ ਓਮੇਗਾ ਹੈ। ਇਸ ਲਈ ਤੁਸੀਂ ਫ੍ਰੀਕੁਐਂਸੀ ਓਮੇਗਾ ਦੇ ਨਾਲ ਇੱਕ ਔਸੀਲੇਟਰ ਚਲਾ ਰਹੇ ਹੋ ਅਤੇ ਔਸੀਲੇਟਰ ਉਸੇ ਫ੍ਰੀਕੁਐਂਸੀ ਓਮੇਗਾ ਨਾਲ ਔਸੀਲੇਟਰ ਦੁਆਰਾ ਜਵਾਬ ਦਿੰਦਾ ਹੈ ਜਦੋਂ ਤੁਸੀਂ ਇਸ ਨੂੰ ਆਰਾਮ ਕਰਨ ਲਈ ਕੁਝ ਟਾਈਮ ਦਿੰਦੇ ਹੋ। ਇਸ ਲਈ ਸਿਰਫ ਇਹ ਦਿਖਾਉਣ ਲਈ ਕਿ ਇਹ ਭੌਤਿਕ ਤੌਰ ਤੇ ਕਿਵੇਂ ਦਿਖਾਈ ਦੇ ਸਕਦਾ ਹੈ ਆਓ ਜਲਦੀ ਹੀ ਫ੍ਰੀਕੁਐਂਸੀ x ਨੂੰ t ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਇਸ ਨੂੰ t ਦੇ ਰੂਪ ਵਿੱਚ ਪਲੋਟ ਕਰੀਏ। ਇਸ ਲਈ ਜੋ ਤੁਸੀਂ ਦੇਖ ਸਕਦੇ ਹੋ ਉਹ ਕੁਝ ਅਜਿਹਾ ਹੋ ਸਕਦਾ ਹੈ ਜੋ ਸ਼ੁਰੂ ਵਿੱਚ ਬਹੁਤ ਵੱਖਰਾ ਦਿਖਾਈ ਦਿੰਦਾ ਹੈ ਅਤੇ ਇਸ ਤਰ੍ਹਾਂ ਹੋਰ ਵੀ, ਪਰ ਅੰਤ ਵਿੱਚ ਤੁਸੀਂ ਵੇਖੋਗੇ ਕਿ ਇਹ ਕੁਝ ਔਸੀਲੇਸ਼ਨ ਨਾਲ ਲਿੰਕ ਸੈੱਟ ਕੀਤਾ ਗਿਆ ਹੈ ਜਿਸ ਦੀ ਫ੍ਰੀਕੁਐਂਸੀ ਓਮੇਗਾ ਦੇ ਸਮਾਨ ਹੈ। ਇਸ ਲਈ ਉਦਾਹਰਨ ਲਈ ਇੱਥੋਂ ਤੋਂ ਇੱਥੇ ਤੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਕੰਪਲੀਮੈਂਟਰੀ ਸੋਲੂਸ਼ਨ ਨਾਲ ਸੰਬੰਧਿਤ ਅਸਥਾਈ ਹਨ ਅਤੇ ਇੱਥੋਂ ਅੱਗੇ ਤੁਸੀਂ ਸਟੇਡੀ ਸਟੇਟ ਦੇ ਰੇਜਿਮ ਵਿੱਚ ਹੋ। ਮੈਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਨਹੀਂ ਡਰਾ ਕੀਤਾ ਹੈ। ਇਸ ਲਈ ਇਹ ਫ੍ਰੀਕੁਐਂਸੀ ਓਮੇਗਾ ਦੇ ਨਾਲ ਇੱਕ ਔਸੀਲੇਸ਼ਨ ਨੂੰ ਦਰਸਾਉਂਦਾ ਹੈ। ਇਸ ਲਈ ਇਹ ਉਹੀ ਹੁੰਦਾ ਹੈ ਜੋ ਇੱਕ ਫੋਰਸਡ ਔਸੀਲੇਟਰ ਵਿੱਚ ਹੁੰਦਾ ਹੈ। ਇਸ ਲਈ ਅਸੀਂ ਅੱਜ ਕੀ ਕਰਨ ਜਾ ਰਹੇ ਹਾਂ ਉਸ ਤੇ ਆਵਾਂਗੇ। ਇਸ ਲਈ ਅਸੀਂ ਪਹਿਲੇ ਔਸੀਲੇਟਰ ਲਈ ਇੱਕ Q ਵੈਲਿਊਜ਼ ਨੂੰ ਲੱਭਦੇ ਹਾਂ ਅਤੇ ਜਦੋਂ ਅਸੀਂ ਡੈਂਪਡ ਔਸੀਲੇਟਿੰਗ ਸਿਸਟਮਾਂ ਨੂੰ ਦੇਖਿਆ ਤਾਂ ਅਸੀਂ ਇਸ ਕੁਆਂਟੀਟੀ Q ਵੈਲਿਊ ਨੂੰ ਪਹਿਲਾਂ ਹੀ ਮਿਲ ਚੁੱਕੇ ਹਾਂ। ਇਸ ਲਈ ਇੱਥੇ ਦੁਬਾਰਾ ਮੇਰੇ ਕੋਲ ਗਤੀ ਦਾ ਇਕੁਏਸ਼ਨ ਲਿਖਿਆ ਹੋਇਆ ਹੈ ਅਤੇ ਇਹ ਟਾਈਮ ਦੇ ਫੰਕਸ਼ਨ ਵਜੋਂ ਵਿਸਥਾਪਨ ਹੈ ਅਤੇ ਇਹ ਟਾਈਮ ਦੇ ਫੰਕਸ਼ਨ ਵਜੋਂ ਵੈਲੋਸਿਟੀ ਹੈ।
ਇਸ ਲਈ ਸਭ ਤੋਂ ਪਹਿਲਾਂ ਮੈਂ Q ਵੈਲਿਊ ਪ੍ਰਾਪਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਹੈ ਡਰਾਈਵਿੰਗ ਫੋਰਸ ਦੁਆਰਾ ਓਸੀਲੇਟਰ ਨੂੰ ਸਪਲਾਈ ਕੀਤੀ ਪਾਵਰ ਦੀ ਗਣਨਾ ਕਰਨਾ। ਇਸ ਲਈ ਜੇਕਰ ਮੈਂ ਇਸ ਫੋਰਸ ਦੁਆਰਾ ਚਲਾ ਰਿਹਾ ਹਾਂ F0 cos ਓਮੇਗਾ t ਕਿ ਮੈਂ ਓਸੀਲੇਟਰ ਨੂੰ ਕਿੰਨੀ ਪਾਵਰ ਦੇ ਰਿਹਾ ਹਾਂ। ਇਸ ਲਈ ਇਹ ਉਹ ਕੁਆਂਟੀਟੀ ਹੈ ਜੋ ਪਹਿਲਾਂ ਗਣਨਾ ਕਰੇਗੀ ਅਤੇ ਫਿਰ ਅਸੀਂ Q ਵੈਲਿਊ ਨੂੰ ਵੇਖਾਂਗੇ। ਇਸ ਲਈ ਤਤਕਾਲ ਪਾਵਰ ਟਾਈਮ ਤੇ ਪਾਵਰ t ਫੋਰਸ ਮਲਟੀਪਲਾਈਡ ਬਾਏ ਵੈਲੋਸਿਟੀ ਹੋਵੇਗੀ। ਇਸ ਲਈ t ਟਾਈਮ ਤੇ ਫੋਰਸ ਦਿੱਤਾ ਜਾਂਦਾ ਹੈ ਅਤੇ ਸਿਸਟਮ ਦੀ ਵੈਲੋਸਿਟੀ t। ਹੁਣ ਅਸੀਂ ਰਾਈਟ ਹੈਂਡ ਸਾਈਡ ਦੀਆਂ ਕੁਆਂਟੀਟੀਜ਼ ਨੂੰ ਜਾਣਦੇ ਹਾਂ। ਸਾਨੂੰ ਉਹਨਾਂ ਨੂੰ ਇੱਥੇ ਇਕੱਠੇ ਰੱਖਣ ਦੀ ਲੋੜ ਹੈ। ਇਸ ਲਈ t ਦਾ p F ਦਾ t ਹੋਵੇਗਾ ਜੋ ਕਿ F0 ਹੈ ਕਿਉਂਕਿ ਓਮੇਗਾ t ਜੋ ਕਿ ਟਾਈਮ ਦੇ ਫੰਕਸ਼ਨ ਵਜੋਂ ਵੈਲੋਸਿਟੀ ਦੁਆਰਾ ਮਲਟੀਪਲਾਈਡ ਕਰਨ ਵਾਲੀ ਮੇਰੀ ਡਰਾਈਵਿੰਗ ਫੋਰਸ ਹੈ। ਇਸ ਲਈ ਦੁਬਾਰਾ ਅਸੀਂ ਆਪਣੇ ਵੈਲੋਸਿਟੀ ਤੇ ਵਾਪਸ ਚਲੇ ਜਾਂਦੇ ਹਾਂ ਜੋ ਕਿ z ਦੇ ਮੋਡੂਲਸ ਦੁਆਰਾ cos ਓਮੇਗਾ t -phi ਵਿੱਚ F0 ਹੈ। ਮੇਰੇ ਕੋਲ ਤਤਕਾਲ ਪਾਵਰ ਲਈ ਇੱਕ ਫਾਰਮਲ ਐਕਸਪ੍ਰੈਸ਼ਨ ਹੈ ਪਰ ਹੋ ਸਕਦਾ ਹੈ ਕਿ ਮੈਂ ਐਵਰੇਜ ਪਾਵਰ ਨੂੰ ਕੀ ਚਾਹਾਂਗਾ। ਇਹ ਟਾਈਮ t ਦੇ ਇੱਕ ਪਾਰਟਿਕੂਲਰ ਇਨਸਟੈਂਟ ਦੀ ਪਾਵਰ ਹੈ ਪਰ ਇੱਕ ਹੋਰ ਉਪਯੋਗੀ ਕੁਆਂਟੀਟੀਜ਼ ਕਿ ਇੱਕ ਪੂਰੇ ਟਾਈਮ ਪੀਰੀਅਡ ਦੌਰਾਨ ਓਸੀਲੇਟਰ ਦੇ ਇੱਕ ਪੂਰੇ ਸਾਈਕਲ ਵਿੱਚ ਸਪਲਾਈ ਕੀਤੀ ਪਾਵਰ ਕੀ ਹੈ। ਇਸ ਲਈ ਐਵਰੇਜ ਪਾਵਰ ਮੈਨੂੰ ਪੂਰੇ ਟਾਈਮ ਪੀਰੀਅਡ ਵਿੱਚ ਇਸ ਨੂੰ ਇੰਟੀਗ੍ਰੇਟ ਕਰਨ ਅਤੇ ਟਾਈਮ ਪੀਰੀਅਡ ਨੂੰ ਡਿਵਾਈਡ ਕਰਨ ਦੀ ਲੋੜ ਹੈ ਤਾਂ ਜੋ ਐਵਰੇਜ ਪਾਵਰ ਲਈ ਇਹ ਮੇਰਾ ਫਾਰਮੂਲਾ ਹੈ ਤਾਂ ਇਹ ਇੱਕ ਡਿਵਾਈਡਡ ਬਾਈ ਟਾਈਮ ਪੀਰੀਅਡ ਕੀਤਾ ਜਾਵੇਗਾ। ਇਸ ਲਈ t ਦੀ ਇਸ ਕੁਆਂਟੀਟੀ p ਨੂੰ ਇੰਟੀਗ੍ਰੇਟ ਕਰੋ। ਤੁਹਾਡੇ ਕੋਲ 0 ਤੋਂ t ਤੱਕ ਜਾਣ ਵਾਲੇ ਸਮੁੱਚੀ ਟਾਈਮ ਪੀਰੀਅਡ ਵਿੱਚ ਹਰ ਇਨਫਾਈਨਾਈਟੈਸੀਮਲ ਸਮੇਂ ਦੇ ਅੰਤਰ ਨੂੰ ਸਪਲਾਈ ਕੀਤੀ ਪਾਵਰ ਤੇ ਟਾਈਮ ਦੇ ਛੋਟੇ ਹਿੱਸੇ ਹਨ। ਇਹ ਮੇਰੀ ਐਵਰੇਜ ਪਾਵਰ ਹੋਵੇਗੀ ਅਤੇ ਬੇਸ਼ੱਕ ਇਹ ਕਹੇ ਬਿਨਾਂ ਚਲੀ ਜਾਂਦੀ ਹੈ ਕਿ ਕੁਆਂਟੀਟੀ t ਓਸੀਲੇਸ਼ਨ ਦਾ ਟਾਈਮ ਪੀਰੀਅਡ ਹੈ ਅਤੇ ਯਾਦ ਰੱਖੋ ਕਿ ਸਟੇਡੀ ਸਟੇਟ ਵਿੱਚ ਐਂਗੂਲਰ ਫ੍ਰੀਕੁਐਂਸੀ ਓਮੇਗਾ ਹੈ ਜੋ ਕਿ ਫੋਰਸਿੰਗ ਦੀ ਫ੍ਰੀਕੁਐਂਸੀ ਹੈ। ਇਸ ਲਈ ਇਹ ਕੈਪੀਟਲ T ਓਮੇਗਾ ਦੁਆਰਾ 2 ਪਾਈ ਦੇ ਇਕੁਅਲ ਹੋਣੀ ਚਾਹੀਦੀ ਹੈ। ਇਸ ਲਈ ਹੁਣ ਸਾਡੇ ਕੋਲ ਸਮੱਸਿਆ ਦਾ ਸੈਟਅਪ ਹੈ। ਸਾਨੂੰ ਇਸ ਐਵਰੇਜ p ਦੀ ਗਣਨਾ ਕਰਨ ਦੇ ਯੋਗ ਹੋਣ ਲਈ ਸਿਰਫ ਇੱਕ ਇੰਟੀਗਰਲ ਕੰਮ ਕਰਨ ਦੀ ਲੋੜ ਹੈ ਅਤੇ ਬੇਸ਼ੱਕ ਇਹ ਇੰਟੀਗਰਲ ਕਰਨਾ ਬਹੁਤ ਮੁਸ਼ਕਲ ਨਹੀਂ ਹੈ। ਅਸਲ ਵਿੱਚ ਤੁਸੀਂ ਇਸ ਅਟੁੱਟ ਨੂੰ 2 ਪਾਰਟ ਵਿੱਚ ਸਪਲਿਟ ਕਰ ਸਕਦੇ ਹੋ। ਜੇਕਰ ਅਸੀਂ ਇਸ ਕੁਆਂਟੀਟੀ ਨੂੰ cos ਓਮੇਗਾ t -phi ਦਾ ਵਿਸਤਾਰ ਕਰਦੇ ਹਾਂ ਤਾਂ ਮੈਨੂੰ ਇਹ ਕਰਨ ਦਿਓ ਕਿ ਐਵਰੇਜ p ਇਸ ਵਿੱਚ F0 ਵਰਗ ਹੋਵੇਗਾ t ਵਿੱਚ ਅਤੇ 0 ਤੋਂ ਕੈਪੀਟਲ T cos ਓਮੇਗਾ t ਵਿੱਚ cos ਓਮੇਗਾ t cos phi ਪਲਸ sin ਓਮੇਗਾ t sin phi ਵਿੱਚ dt। ਇਸ ਲਈ ਇਹ ਹੁਣ 2 ਪਾਰਟ ਵਿੱਚ ਸਪਲਿਟ ਕੀਤਾ ਗਿਆ ਹੈ ਅਤੇ ਪਹਿਲਾ ਇੰਟੀਗਰਲ ਲਾਜ਼ਮੀ ਤੌਰ ਤੇ cos ਸਕੁਏਅਰ ਓਮੇਗਾ t dt ਇੰਟੈਗਰਲ ਹੈ ਅਤੇ ਦੂਜਾ cos ਓਮੇਗਾ t sin ਓਮੇਗਾ t ਇੰਟੈਗਰਲ ਹੋਵੇਗਾ। ਇਸ ਲਈ ਉਦਾਹਰਨ ਲਈ ਪਹਿਲਾ ਇੰਟੈਗਰਲ ਕਰਨ ਲਈ ਪਹਿਲਾ ਇੰਟੀਗਰਲ ਤੁਹਾਨੂੰ ਇਹ ਇੰਟੈਗਰਲ cos ਸਕੁਏਅਰ ਓਮੇਗਾ t dt ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜਿੱਥੇ ਇਹ ਇੱਕ ਲਿਮਿਟ ਤੋਂ ਜਾਂਦਾ ਹੈ 0 ਤੋਂ ਕੈਪੀਟਲ T ਤੱਕ ਜਾਂਦਾ ਹੈ ਅਤੇ ਕੈਪੀਟਲ T 2 ਪਾਈ ਬਾਏ ਓਮੇਗਾ ਹੈ। ਇਹ ਇੱਕ ਇੰਟੈਗਰਲ ਹੈ ਜਿਸ ਲਈ ਸਾਨੂੰ ਜਵਾਬ ਜਾਣਨ ਦੀ ਲੋੜ ਹੈ। ਸੈਕਿੰਡ ਇੰਟੀਗਰਲ ਜਿਸ ਲਈ ਸਾਨੂੰ ਜਵਾਬ ਜਾਣਨ ਦੀ ਲੋੜ ਹੈ 0 ਤੋਂ 2 ਪਾਈ ਬਾਏ ਓਮੇਗਾ sin ਓਮੇਗਾ t cos ਓਮੇਗਾ t dt। ਇਸ ਲਈ ਇਹ ਇੱਕ ਹੋਰ ਇੰਟੀਗਰਲ ਹੈ ਜੋ ਸਾਨੂੰ ਕਰਨ ਦੀ ਲੋੜ ਹੈ। ਇਹ ਵਧੇਰੇ ਆਸਾਨ ਹੋਵੇਗਾ ਜੇਕਰ ਅਸੀਂ ਇਸ ਨੂੰ t ਨਾਲ ਡਿਵਾਈਡ ਵੀ ਕਰੀਏ
ਅਸੀਂ 2 ਪਾਈ ਬਾਏ ਓਮੇਗਾ ਕਰ ਰਹੇ ਹਾਂ। ਇਸ ਲਈ, ਮੈਂ ਤੁਹਾਨੂੰ ਇੰਟੀਗਰਲ ਨੂੰ ਆਪਣੇ ਆਪ ਨੂੰ ਅਜ਼ਮਾਉਣ ਅਤੇ ਕਰਨ ਲਈ ਉਤਸ਼ਾਹਿਤ ਕਰਾਂਗਾ। ਇਹ ਕਰਨ ਲਈ ਇਹ ਕਾਫੀ ਸਿੰਪਲ ਅਤੇ ਸਿੱਧਾ ਇੰਟੀਗਰਲ ਹੈ। ਅਤੇ ਜੇਕਰ ਤੁਸੀਂ ਇਸ ਨੂੰ ਸਹੀ ਢੰਗ ਨਾਲ ਕਰਦੇ ਹੋ, ਤਾਂ ਇਹਨਾਂ ਇੰਟੀਗਰਲ ਦਾ ਪਹਿਲਾ ਸੈੱਟ ਤੁਹਾਨੂੰ ਅੱਧੀ ਵੈਲਿਊ ਦੇਵੇਗਾ। ਇਸ ਲਈ ਸਪਸ਼ਟ ਤੌਰ ਤੇ ਯੋਗਦਾਨ ਕੇਵਲ ਇੰਟੀਗਰਲ ਦੇ ਪਹਿਲੇ ਪਾਰਟ ਤੋਂ ਆਉਂਦਾ ਹੈ ਜੋ ਇਹ ਹੈ। ਇਸ ਲਈ, ਹੁਣ ਤੁਸੀਂ ਉਹਨਾਂ ਸਾਰੇ ਨਤੀਜਿਆਂ ਨੂੰ ਇਕੱਠਾ ਕਰਦੇ ਹੋ, ਜੋ ਸਾਡੇ ਕੋਲ ਹਨ। ਅਸੀਂ ਆਖਰਕਾਰ ਇਸ ਪੁਆਇੰਟ ਤੇ ਪਹੁੰਚ ਜਾਵਾਂਗੇ, ਜਿੱਥੇ ਅਸੀਂ ਪੂਰੇ ਟਾਈਮ ਪੀਰੀਅਡ ਦੌਰਾਨ ਓਸੀਲੇਟਰ ਨੂੰ ਸਪਲਾਈ ਕੀਤੀ ਪਾਵਰ ਦਾ ਮੁਲਾਂਕਣ ਕੀਤਾ ਹੈ। ਠੀਕ ਹੈ, ਤਾਂ ਹੁਣ ਮੈਂ ਓਸੀਲੇਟਰ ਨੂੰ ਸਪਲਾਈ ਕੀਤੀ ਐਵਰੇਜ ਪਾਵਰ ਦੀ ਗਣਨਾ ਕੀਤੀ ਹੈ ਕਿ ਇਹ ਕਿੱਥੇ ਜਾਂਦਾ ਹੈ। ਬੇਸ਼ੱਕ ਓਸੀਲੇਟਰ ਓਸੀਲੇਟ ਕਰ ਰਿਹਾ ਹੈ, ਪਰ ਓਸੀਲੇਸ਼ਨ ਦੀ ਪ੍ਰਕਿਰਿਆ ਵਿੱਚ ਇਹ ਫ੍ਰਿਕਸ਼ਨਲ ਫੋਰਸ ਨੂੰ ਕਾਬੂ ਕਰ ਲੈਂਦਾ ਹੈ। ਅਤੇ ਇਸ ਦਾ ਵਿਸਤਾਰ, ਇਹ ਉਸ ਫ੍ਰਿਕਸ਼ਨਲ ਫੋਰਸ ਨੂੰ ਕਾਬੂ ਕਰਨ ਲਈ ਇਸ ਪਾਵਰ ਦਾ ਵਿਸਥਾਰ ਕਰ ਰਿਹਾ ਹੈ। ਇਸ ਲਈ ਹੁਣ ਅਸੀਂ ਇਹ ਸਵਾਲ ਪੁੱਛ ਸਕਦੇ ਹਾਂ ਕਿ ਫ੍ਰਿਕਸ਼ਨਲ ਫੋਰਸ ਨੂੰ ਕਾਬੂ ਕਰਨ ਲਈ ਕਿੰਨੀ ਪਾਵਰ ਵਰਤੀ ਜਾਂਦੀ ਹੈ। ਦੁਬਾਰਾ, ਇੱਕ ਪੂਰੇ ਟਾਈਮ ਪੀਰੀਅਡ ਜਾਂ ਇੱਕ ਪੂਰੇ ਸਾਈਕਲ ਵਿੱਚ ਇਸ ਦੀ ਐਵਰੇਜ ਹੋਵੇਗੀ। ਇਸ ਲਈ ਅਸੀਂ ਇਸ ਗੱਲ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਾਂ ਕਿ ਐਵਰੇਜ ਪਾਵਰ ਕੀ ਹੈ ਜੋ ਓਸੀਲੇਟਰ ਫ੍ਰਿਕਸ਼ਨਲ ਫੋਰਸ ਨੂੰ ਕਾਬੂ ਕਰਨ ਵਿੱਚ ਵਰਤਦਾ ਹੈ। ਮੈਂ ਓਸੀਲੇਟਰ ਦੁਆਰਾ ਇੱਕ ਪੂਰੇ ਸਾਈਕਲ ਵਿੱਚ ਖਪਤ ਕੀਤੀ ਕੁਆਂਟੀਟੀ ਐਵਰੇਜ ਪਾਵਰ ਦੀ ਗਣਨਾ ਕਰਨਾ ਚਾਹੁੰਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਓਸੀਲੇਟਰ ਫ੍ਰਿਕਸ਼ਨ ਨੂੰ ਪਾਰ ਕਰ ਰਿਹਾ ਹੈ ਅਤੇ ਕੰਮ ਕਰ ਰਿਹਾ ਹੈ। ਇਸ ਲਈ ਜ਼ਰੂਰੀ ਤੌਰ ਤੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਰਗੜ ਦੇ ਵਿਰੁੱਧ ਕੰਮ ਕਰਨ ਦੀ ਦਰ ਕੀ ਹੈ। ਇਸ ਲਈ, ਇਸ ਵਿੱਚ ਫ੍ਰਿਕਸ਼ਨਲ ਫੋਰਸ ਸ਼ਾਮਲ ਹੋਵੇਗਾ, ਅਤੇ ਅਸੀਂ ਜਾਣਦੇ ਹਾਂ ਕਿ ਫ੍ਰੈਕਸ਼ਨਲ ਫੋਰਸ ਕੀ ਹੈ। ਇਸ ਲਈ, ਇੱਥੇ ਫ੍ਰਿਕਸ਼ਨਲ ਫੋਰਸ ਗਾਮਾ ਐਕਸ ਡੋਟ ਹੈ, ਅਤੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਸ ਦੁਆਰਾ ਫ੍ਰਿਕਸ਼ਨਲ ਫੋਰਸ ਦੇ ਵਿਰੁੱਧ ਕੀਤੇ ਗਏ ਕੰਮ ਦੀ ਦਰ ਕੀ ਹੈ। ਇਸ ਲਈ, ਇਸ ਨੂੰ ਵੈਲੋਸਿਟੀ ਨਾਲ ਮਲਟੀਪਲਾਈਡ ਕੀਤਾ ਜਾਵੇਗਾ। ਵਧੇਰੇ ਸਹੀ ਢੰਗ ਨਾਲ ਕੀਤਾ ਗਿਆ ਕੰਮ ਸਿਰਫ ਫ੍ਰਿਕਸ਼ਨਲ ਫੋਰਸ ਨੂੰ dx ਨਾਲ ਮਲਟੀਪਲਾਈਡ ਕੀਤਾ ਜਾਵੇਗਾ, ਅਤੇ ਬੇਸ਼ੱਕ ਅਸੀਂ ਕੰਮ ਕਰਨ ਦੀ ਦਰ ਨੂੰ ਜਾਣਨਾ ਚਾਹੁੰਦੇ ਹਾਂ। ਇਸ ਲਈ, ਇਹ dx/dt ਹੈ। ਇਸ ਲਈ, ਇਹ ਗਾਮਾ x ਡੋਟ ਮਲਟੀਪਲਾਈਡ ਬਾਏ x ਡੋਟ ਜੋ ਗਾਮਾ x ਡੋਟ ਸਕੁਏਅਰ ਦੇ ਇਕੁਅਲ ਹੈ। ਇਸ ਲਈ, ਸਾਡੇ ਕੋਲ ਜੋ ਹੈ ਉਹ ਦੁਬਾਰਾ ਤਤਕਾਲ ਪਾਵਰ ਲਈ ਇੱਕ ਐਕਸਪ੍ਰੈਸ਼ਨ ਹੈ, ਜੋ ਓਸੀਲੇਟਰ ਦੁਆਰਾ ਖਪਤ ਕੀਤੀ ਜਾਂਦੀ ਹੈ। ਉਹੀ ਟਰਿਕ ਦੁਬਾਰਾ ਕਰੇਗਾ। ਤੁਸੀਂ ਪੂਰੇ ਇੱਕ ਸਾਈਕਲ ਵਿੱਚ ਇਸ ਕੁਆਂਟੀਟੀ ਦੀ ਗਣਨਾ ਕਰਦੇ ਹੋ। ਮੈਨੂੰ ਸਬਸਕ੍ਰਿਪਟ ਵਿੱਚ d ਦੇ ਨਾਲ ਸਿੰਬਲ ਐਵਰੇਜ ਪਾਵਰ ਦੀ ਵਰਤੋਂ ਕਰਨ ਦਿਓ, ਤਾਂ ਜੋ ਓਸੀਲੇਟਰ ਦੁਆਰਾ ਡਿਸਸੀਪੇਟ ਕੀਤੀ ਗਈ ਐਵਰੇਜ ਪਾਵਰ ਨੂੰ ਦਰਸਾਇਆ ਜਾ ਸਕੇ, ਅਤੇ ਇਹ ਦੁਬਾਰਾ 0 ਤੋਂ t ਤੱਕ ਜਾ ਕੇ 1 ਓਵਰ ਹੋਵੇਗਾ। ਤੁਸੀਂ ਇਸ ਕੁਆਂਟੀਟੀ ਨੂੰ ਗਾਮਾ x ਡੋਟ ਸਕੁਏਅਰ dt ਨੂੰ ਇੰਟੀਗ੍ਰੇਟ ਕਰਦੇ ਹੋ। x ਡੋਟ ਉਹ ਚੀਜ਼ ਹੈ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ। x ਡੋਟ ਸਿਰਫ ਵੈਲੋਸਿਟੀ ਹੈ ਜੋ ਇੱਥੇ ਦਿੱਤੀ ਗਈ ਹੈ। ਸਾਨੂੰ ਸਿਰਫ ਵੈਲੋਸਿਟੀ ਇੰਟੀਗਰਲ ਲਈ ਇਸ ਐਕਸਪ੍ਰੈਸ਼ਨ ਨੂੰ ਜੋੜਨ ਦੀ ਜ਼ਰੂਰਤ ਹੈ, ਅਤੇ ਸਾਨੂੰ ਇਹ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੋ ਹੁਣ ਕਰੇਗਾ। ਅਤੇ ਇਸ ਲਈ, ਮੇਰੇ ਕੋਲ ਗਾਮਾ ਹੋਵੇਗਾ। ਮੈਂ 0 ਤੋਂ tx ਡਾਟ ਸਕੁਏਅਰ ਕੱਢ ਸਕਦਾ ਹਾਂ, ਜੋ 0 ਬਾਏ ਮੋਡ z ਕੋਸ ਸਕੁਏਅਰ ਓਮੇਗਾ t ਮਾਈਨਸ 5 dt ਹੋਵੇਗਾ। ਇਸ ਲਈ, ਇਸ ਨੂੰ ਹੋਰ ਸਰਲ ਬਣਾਇਆ ਜਾ ਸਕਦਾ ਹੈ। ਐਵਰੇਜ ਪਾਵਰ ਡਿਸਸੀਪੇਟਡ ਦੀ ਐਵਰੇਜ ਗਾਮਾ f0 ਦੇ ਇਕੁਅਲ ਹੈ t ਦੁਆਰਾ z0 ਤੋਂ t ਕੋਸ ਸਕੁਏਅਰ ਓਮੇਗਾ t ਮਾਈਨਸ phi ਦੇ ਮੋਡੂਲਸਸ ਵਿੱਚ। ਜੇਕਰ ਤੁਹਾਨੂੰ ਯਾਦ ਹੈ ਕਿ ਇਹ ਇੰਟੀਗਰਲ ਹੈ ਜੋ ਅਸੀਂ ਪਹਿਲਾਂ ਹੀ ਕਰ ਲਿਆ ਹੈ, ਤਾਂ ਸਾਨੂੰ ਇਸ ਨਤੀਜੇ ਨੂੰ ਇੱਥੇ ਵਾਪਸ ਵਰਤਣ ਦੇ ਯੋਗ ਹੋਣਾ ਚਾਹੀਦਾ ਹੈ। ਅਤੇ ਜੇਕਰ ਮੈਂ ਅਜਿਹਾ ਕਰਦਾ ਹਾਂ, ਤਾਂ ਅੰਤਮ ਨਤੀਜਾ ਹੇਠਾਂ ਦਿੱਤਾ v ਗਾਮਾ f0 ਸਕੁਏਅਰ ਹੋਵੇਗਾ। ਠੀਕ ਹੈ, ਮੈਂ ਇੱਥੇ ਪਾਵਰ 2 ਨੂੰ ਗੁਆ ਦਿੱਤਾ ਹੈ। ਇਹ ਇੱਥੇ ਵੀ ਸਕੁਏਅਰ ਹੋਣਾ ਚਾਹੀਦਾ ਸੀ।
f0 ਸਕੁਏਅਰ ਡਿਵਾਈਡਡ ਬਾਏ ਮੋਡ z ਸਕੁਏਅਰ ਅਤੇ t ਨਾਲ ਇੱਕ ਇੰਟੀਗਰਲ ਵੈਲਿਊ ਮੈਨੂੰ ਅੱਧਾ ਦੇਵੇਗਾ ਤਾਂ ਜੋ ਇੱਥੇ 2 ਹਨ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇੰਪੀਡੈਂਸ z ਦੀ ਸਾਡੀ ਬੇਸਿਕ ਪਰਿਭਾਸ਼ਾ ਇਹ ਸੀ ਕਿ ਇਹ ਕੁਆਂਟੀਟੀ ਗਾਮਾ ਪਲੱਸ i ਨੂੰ m ਓਮੇਗਾ ਮਾਈਨਸ s ਨੂੰ ਓਮੇਗਾ ਦੁਆਰਾ ਮਲਟੀਪਲਾਈ ਕੀਤਾ ਗਿਆ ਸੀ ਅਤੇ ਇਥੋਂ z ਦਾ ਮੋਡੂਲਸ ਬੇਸ਼ੱਕ ਗਾਮਾ ਸਕੁਏਅਰ ਪਲੱਸ a ਸੀ ਅਤੇ ਅਸੀਂ tan phi ਲਈ ਇੱਕ ਸੰਬੰਧ ਵੀ ਲਿਖਿਆ ਸੀ ਜੋ ਹੈ m ਓਮੇਗਾ ਮਾਈਨਸ s ਬਾਏ ਓਮੇਗਾ ਡਿਵਾਈਡਡ ਬਾਏ ਗਾਮਾ। ਇਸ ਲਈ ਜੇਕਰ ਇਹ tan 5 ਹੈ ਤਾਂ ਅਸੀਂ cos phi ਅਤੇ sin phi ਲਈ ਐਕਸਪ੍ਰੈਸ਼ਨ ਵੀ ਲਿਖ ਸਕਦੇ ਹਾਂ ਜਿਸ ਕੇਸ ਵਿੱਚ cos phi ਮੋਡ z ਦੁਆਰਾ ਗਾਮਾ ਦੇ ਇਕੁਅਲ ਹੋਵੇਗਾ ਅਤੇ ਬੇਸ਼ੱਕ sin phi ਓਮੇਗਾ ਸਮੁੱਚੀ ਚੀਜ਼ ਦੁਆਰਾ ਓਮੇਗਾ ਮਾਈਨਸ s ਦੇ ਇਕੁਅਲ ਹੋਵੇਗਾ। ਮੋਡ z ਦੁਆਰਾ dy ਕੀਤਾ ਗਿਆ ਸਾਨੂੰ ਅਸਲ ਵਿੱਚ ਇਸ ਕੁਆਂਟੀਟੀ ਦੀ ਲੋੜ ਹੈ cos phi ਲਈ ਇੱਕ ਐਕਸਪ੍ਰੈਸ਼ਨ। ਚਲੋ ਅਤੇ ਉਸ ਫਾਰਮੂਲੇ ਤੇ ਮੁੜ ਨਜ਼ਰ ਮਾਰੋ ਜੋ ਸਾਡੇ ਕੋਲ ਐਵਰੇਜ ਪਾਵਰ ਡਿਸਿਪੇਟਡ ਲਈ ਹੈ। ਮੈਨੂੰ ਇਸ ਨੂੰ f0 ਸਕੁਏਅਰ ਡਿਵਾਈਡਡ ਬਾਏ 2 ਟਾਈਮਸ ਮੋਡ z ਮਲਟੀਪਲਾਈਡ ਬਾਏ ਗਾਮਾ ਟਾਈਮਸ ਮੋਡ z ਨਾਲ ਦੁਬਾਰਾ ਲਿਖਣ ਦਿਓ ਅਤੇ ਅਸੀਂ ਜਾਣਦੇ ਹਾਂ ਕਿ ਗਾਮਾ ਟਾਈਮਸ ਮੋਡ z ਸਿਰਫ cos phi ਹੈ। ਇਸ ਲਈ ਮੈਂ ਵਾਪਸ ਜਾ ਸਕਦਾ ਹਾਂ ਅਤੇ ਇਸ ਕੁਆਂਟੀਟੀ ਨੂੰ f0 ਬਾਏ 2 ਟਾਈਮਸ ਮੋਡ z ਮਲਟੀਪਲਾਈਡ ਬਾਏ cos phi ਲਿਖ ਸਕਦਾ ਹਾਂ ਅਤੇ ਇਹ ਸਿਰਫ ਐਵਰੇਜ ਪਾਵਰ ਹੈ। ਹੁਣ ਇਹ ਕਮਾਲ ਹੈ ਕਿਉਂਕਿ ਜੇਕਰ ਤੁਸੀਂ ਇਸ ਨਤੀਜੇ ਦੀ ਤੁਲਨਾ ਸਾਡੇ ਇੱਥੇ ਇਹਨਾਂ ਦੋ ਨਤੀਜਿਆਂ ਨਾਲ ਕਰਦੇ ਹੋ ਤਾਂ ਅਸੀਂ ਦੇਖਾਂਗੇ ਕਿ ਉਹ ਬਿਲਕੁਲ ਇੱਕੋ ਜਿਹੇ ਹਨ। ਇਸ ਲਈ ਤੁਸੀਂ ਓਸੀਲੇਟਰ ਨੂੰ ਇੱਕ ਐਕਸਟਰਨਲ ਫੋਰਸਿੰਗ ਦੇ ਇੱਕ ਮਕੈਨਿਜ਼ਮ ਦੁਆਰਾ ਕੁਝ ਪਾਵਰ ਸਪਲਾਈ ਕਰ ਰਹੇ ਹੋ ਜੋ ਇੱਕ ਪੂਰੇ ਸਾਈਕਲ ਵਿੱਚ ਓਸੀਲੇਟਰ ਨੂੰ ਸਪਲਾਈ ਕੀਤੀ ਔਸਤ ਪਾਵਰ ਇੱਕ ਪੂਰੇ ਚੱਕਰ ਵਿੱਚ ਐਵਰੇਜ ਪਾਵਰ ਦੇ ਇਕੁਅਲ ਹੈ ਜੋ ਇਹ ਉਸੇ ਚੱਕਰ ਵਿੱਚ ਪਾਵਰ ਨੂੰ ਡਿਸਸਿਪੇਟ ਕਰਦਾ ਹੈ। ਇਸ ਲਈ ਦੂਜੇ ਸ਼ਬਦਾਂ ਵਿੱਚ ਇਹ ਅਸਲ ਵਿੱਚ ਪਾਵਰ ਨਹੀਂ ਰੱਖਦਾ ਹੈ ਜੋ ਇਸ ਨੂੰ ਭਵਿੱਖ ਵਿੱਚ ਵਰਤੋਂ ਲਈ ਸਟੋਰ ਨਹੀਂ ਕਰਦਾ ਹੈ। ਇਸ ਲਈ ਓਸੀਲੇਟਰ ਨੂੰ ਦਿੱਤੀ ਗਈ ਐਵਰੇਜ ਪਾਵਰ ਉਸੇ ਟਾਈਮ ਪੀਰੀਅਡ ਦੌਰਾਨ ਤੁਰੰਤ ਖਰਚ ਹੋ ਜਾਂਦੀ ਹੈ। ਇਸ ਲਈ ਇਹ ਦੋ ਕੁਆਂਟੀਟੀਜ਼ ਇੱਕੋ ਜਿਹੀਆਂ ਹਨ। ਇਸ ਲਈ ਪਾਠ ਦੇ ਇਸ ਸੈਕਸ਼ਨ ਵਿੱਚ ਇਹ ਸਾਡਾ ਕੇਂਦਰੀ ਸੰਦੇਸ਼ ਹੈ। ਹੁਣ Q ਵੈਲਿਊ ਨੂੰ ਪਰਿਭਾਸ਼ਿਤ ਕਰਨ ਲਈ ਇਸ ਕੁਆਂਟੀਟੀ ਐਵਰੇਜ ਪਾਵਰ ਦੀ ਵਰਤੋਂ ਕਰੇਗਾ। ਇਸ ਤੋਂ ਪਹਿਲਾਂ ਕਿ ਅਸੀਂ ਪਰਿਭਾਸ਼ਿਤ ਕਰੀਏ Q ਵੈਲਿਊ ਇਸ ਫੰਕਸ਼ਨ ਨੂੰ ਡਰਾਈਵਿੰਗ ਫ੍ਰੀਕੁਐਂਸੀ ਓਮੇਗਾ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਸਕੈਚ ਕਰਨ ਦਿੰਦਾ ਹੈ ਕਿਉਂਕਿ ਇਹ ਸਾਨੂੰ ਇਹ ਦੱਸਣ ਜਾ ਰਿਹਾ ਹੈ ਕਿ ਵੱਖ-ਵੱਖ ਫ੍ਰੀਕੁਐਂਸੀਜ਼ ਤੇ ਕਿੰਨੀ ਪਾਵਰ ਅਬਸੋਰਬ ਕੀਤੀ ਜਾ ਰਹੀ ਹੈ। ਮੈਂ ਇੱਥੇ ਓਮੇਗਾ 0 ਦੇ ਇਕੁਅਲ ਓਮੇਗਾ ਵਜੋਂ ਕੁਝ ਵੈਲਿਊ ਚੁਣਨ ਜਾ ਰਿਹਾ ਹਾਂ। ਵਾਸਤਵ ਵਿੱਚ ਤੁਸੀਂ ਵੇਖੋਗੇ ਕਿ ਜਦੋਂ ਓਮੇਗਾ 0 ਦੇ ਇਕੁਅਲ ਹੁੰਦਾ ਹੈ ਤਾਂ ਅਜਿਹਾ ਹੁੰਦਾ ਹੈ। ਜਦੋਂ cos phi 1 ਦੇ ਇਕੁਅਲ ਹੁੰਦਾ ਹੈ ਜਿਵੇਂ ਕਿ ਅਸੀਂ ਹੁਣੇ ਅਤੇ ਸਪਸ਼ਟ ਰੂਪ ਵਿੱਚ ਫਾਰਮੂਲੇ ਤੋਂ ਦੇਖਾਂਗੇ ਜੋ ਇੱਥੇ ਲਿਖਿਆ ਗਿਆ ਹੈ। ਐਵਰੇਜ ਮੈਕਸਿਮਮ ਐਵਰੇਜ ਪਾਵਰ ਜਿਸ ਨੂੰ ਮੈਂ ਦਰਸਾਉਂਦਾ ਹਾਂ ਐਵਰੇਜ P ਮੈਕਸਿਮਮ ਇੱਥੇ ਸਿਰਫ f0 ਸਕੁਏਅਰ ਦੇ ਇਕੁਅਲ ਹੋਵੇਗਾ ਦੁੱਗਣਾ ਮੋਡ z phi ਦੇ 0 ਦੇ ਇਕੁਅਲ ਹੋਣ ਦੇ ਕੇਸ ਵਿੱਚ cos phi 1 ਦੇ ਇਕੁਅਲ ਹੈ। ਹੁਣ ਤੁਸੀਂ ਪੁੱਛ ਸਕਦੇ ਹੋ ਕਿ phi 0 ਦੇ ਇਕੁਅਲ ਹੋਣ ਦਾ ਕੀ ਮਤਲਬ ਹੈ? ਤਾਂ phi 0 ਦੇ ਇਕੁਅਲ ਹੋਣ ਦਾ ਮਤਲਬ ਇਹ ਹੋਵੇਗਾ ਕਿ ਓਮੇਗਾ ਮਾਈਨਸ s ਬਾਏ
ਓਮੇਗਾ 0 ਦੇ ਇਕੁਅਲ ਹੈ, ਅਤੇ ਇਸ ਦਾ ਮਤਲਬ ਇਹ ਹੈ ਕਿ ਓਮੇਗਾ ਸਕੁਏਅਰ ਇਕੁਅਲ ਹੈ S/m, ਜੋ ਕਿ ਓਮੇਗਾ 0 ਦੇ ਇਕੁਅਲ ਹੈ, ਸਕੁਏਅਰ ਜਿਸ ਨੂੰ ਅਸੀਂ ਸਿਸਟਮ ਦੀ ਕੁਦਰਤੀ ਫ੍ਰੀਕੁਏਂਸੀ ਕਹਿੰਦੇ ਹਾਂ। ਇਸ ਲਈ, ਜਦੋਂ ਡਰਾਈਵਿੰਗ ਫ੍ਰੀਕੁਏਂਸੀ ਸਿਸਟਮ ਦੀ ਕੁਦਰਤੀ ਫ੍ਰੀਕੁਏਂਸੀ ਦੇ ਇਕੁਅਲ ਹੁੰਦੀ ਹੈ, ਤਾਂ ਓਸੀਲੇਟਰ ਨੂੰ ਸਪਲਾਈ ਕੀਤੀ ਐਵਰੇਜ ਪਾਵਰ ਮੈਕਸਿਮਮ ਹੁੰਦੀ ਹੈ। ਇਸ ਲਈ, ਓਮੇਗਾ 0 ਦੇ ਇਕੁਅਲ ਓਮੇਗਾ ਤੇ ਇਸ ਫੰਕਸ਼ਨ ਦੀ ਮੈਕਸਿਮਮ ਵੈਲਿਊ ਹੋਣ ਜਾ ਰਹੀ ਹੈ, ਅਤੇ ਕਿਉਂਕਿ ਇੱਥੇ ਡਿਨੋਮੀਨੇਟਰ ਕੁਆਡਰੈਟਿਕ ਹੈ, ਫੰਕਸ਼ਨ ਜ਼ਰੂਰੀ ਤੌਰ ਤੇ ਇਸ ਤਰ੍ਹਾਂ ਬੰਦ ਹੋ ਜਾਵੇਗਾ। ਇਹ ਸਾਨੂੰ ਭੌਤਿਕ ਤੌਰ ਤੇ ਦੱਸਦਾ ਹੈ ਕਿ ਓਸੀਲੇਟਰ ਦੁਆਰਾ ਮੈਕਸਿਮਮ ਪਾਵਰ ਨੂੰ ਅਬਸੋਰਬ ਕਰ ਲਿਆ ਜਾਂਦਾ ਹੈ, ਜਦੋਂ ਡਰਾਈਵਿੰਗ ਫ੍ਰੀਕੁਏਂਸੀ ਸਿਸਟਮ ਦੀ ਕੁਦਰਤੀ ਫ੍ਰੀਕੁਏਂਸੀ ਨਾਲ ਮੇਲ ਖਾਂਦੀ ਹੈ, ਅਤੇ ਇਹ ਪਹਿਲਾਂ ਦੇ ਰੇਜ਼ੋਨੈਂਸ ਵਾਲੇ ਵਿਚਾਰ ਨਾਲ ਵੀ ਮੇਲ ਖਾਂਦਾ ਹੈ ਕਿ ਅਸੀਂ ਦੇਖਿਆ ਹੈ ਕਿ ਜਦੋਂ ਤੁਸੀਂ ਇਸ ਨੂੰ ਕੁਦਰਤੀ ਫ੍ਰੀਕੁਏਂਸੀ ਤੇ ਚਲਾਉਂਦੇ ਹੋ, ਤਾਂ ਵੇਗ ਦਾ ਐਂਪਲੀਟਿਊਡ ਸਭ ਤੋਂ ਵੱਡਾ ਹੁੰਦਾ ਹੈ, ਅਤੇ ਜਦੋਂ ਤੁਸੀਂ ਇਸ ਨੂੰ ਕੁਦਰਤੀ ਫ੍ਰੀਕੁਏਂਸੀ ਤੇ ਚਲਾ ਰਹੇ ਹੋ ਤਾਂ ਵਿਸਥਾਪਨ ਦਾ ਐਂਪਲੀਟਿਊਡ ਲਗਭਗ ਸਭ ਤੋਂ ਵੱਡਾ ਹੁੰਦਾ ਹੈ। ਅਤੇ ਬੇਸ਼ੱਕ ਜੇ ਓਮੇਗਾ 0 ਦੇ ਇਕੁਅਲ ਓਮੇਗਾ ਤੇ ਓਸੀਲੇਟਰ ਦੁਆਰਾ ਬਹੁਤ ਸਾਰੀ ਪਾਵਰ ਨੂੰ ਅਬਸੋਰਬ ਕੀਤਾ ਜਾ ਰਿਹਾ ਹੈ, ਤਾਂ ਇਹ ਹਰ ਸਾਈਕਲ ਤੇ ਉਸੇ ਅਮਾਉਂਟ ਦੀ ਪਾਵਰ ਨੂੰ ਵੀ ਖਤਮ ਕਰ ਦਿੰਦਾ ਹੈ, ਜੋ ਆਮ ਨਤੀਜਾ ਹੈ ਜੋ ਅਸੀਂ ਹੁਣੇ ਦੇਖਿਆ ਹੈ। ਇਸ ਲਈ, ਜੇਕਰ ਤੁਸੀਂ ਓਸੀਲੇਟਰ ਤੋਂ ਇੱਕ ਵੱਡੀ ਕਿਸਮ ਦਾ ਜਵਾਬ ਚਾਹੁੰਦੇ ਹੋ, ਤਾਂ ਤੁਹਾਨੂੰ ਸਿਸਟਮ ਦੀ ਕੁਦਰਤੀ ਫ੍ਰੀਕੁਏਂਸੀ ਦੇ ਅਨੁਸਾਰੀ ਫ੍ਰੀਕੁਏਂਸੀ ਤੇ ਸਿਸਟਮ ਨੂੰ ਚਲਾਉਣਾ ਚਾਹੀਦਾ ਹੈ। ਕਰਵ ਨੂੰ ਤਿੱਖਾ ਕਰਨ ਤੇ ਓਸੀਲੇਟਰ ਨੂੰ ਜ਼ਿਆਦਾ ਪਾਵਰ ਦਿੱਤੀ ਜਾਂਦੀ ਹੈ, ਅਤੇ ਇਸ ਦੀ ਜ਼ਿਆਦਾ ਸਮੇਂ ਤੱਕ ਓਸੀਲੇਸ਼ਨਸ ਨੂੰ ਬਰਕਰਾਰ ਰੱਖਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਇਸ ਕਿਸਮ ਦੇ ਤਿੱਖੇ ਕਰਵ ਬਿਨਾਂ ਕਿਸੇ ਗਣਨਾ ਦੇ ਵੱਡੇ Q ਵੈਲਿਊ ਨਾਲ ਮੇਲ ਖਾਂਦੇ ਹਨ। ਚਲੋ ਵੇਖੀਏ ਕਿ ਕੀ ਇਹ ਸੱਚ ਹੈ। ਤਾਂ ਮੇਰੇ ਕੋਲ ਇੱਥੇ ਡਰਾਈਵਿੰਗ ਫ੍ਰੀਕੁਏਂਸੀ ਦੇ ਇੱਕ ਫੰਕਸ਼ਨ ਦੇ ਤੌਰ ਤੇ ਐਵਰੇਜ ਪਾਵਰ ਇੱਕੋ ਕਵਰ ਹੈ, ਅਤੇ ਮੈਂ ਹੇਠਾਂ ਕੀ ਦਿਖਾਉਣਾ ਚਾਹਾਂਗਾ ਕਿ Q ਓਮੇਗਾ 0 ਦੇ ਇਕੁਅਲ ਹੈ ਓਮੇਗਾ 0 ਡਿਵਾਈਡੇਡ ਬਾਏ ਓਮੇਗਾ 2 ਮਾਈਨਸ ਓਮੇਗਾ 1 ਹੈ, ਜਿੱਥੇ ਇਹ ਦੋ ਕੁਆਂਟੀਟੀਜ਼ ਓਮੇਗਾ 2 ਓਮੇਗਾ 1 ਨੂੰ ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ, ਆਓ ਇਹ ਵੈਲਿਊ ਨੂੰ ਪਰਿਭਾਸ਼ਿਤ ਕਰੀਏ, ਜੋ ਅੱਧਾ ਵੈਲਿਊ ਅੱਧਾ ਪੀਕ ਵੈਲਿਊ ਹੈ, ਜੋ ਕਿ ਇੱਥੇ ਕਿਤੇ ਵੀ ਹੋ ਸਕਦਾ ਹੈ। ਇਸ ਲਈ, ਇਹ ਕੁਆਂਟੀਟੀ ਮੈਕਸਿਮਮ ਵੈਲਿਊ ਦਾ ਅੱਧਾ ਹੈ, ਅਤੇ ਓਮੇਗਾ 1 ਅਤੇ ਓਮੇਗਾ 2 ਦੇ ਦੋ ਵੈਲਿਊ ਇਸ ਤਰ੍ਹਾਂ ਪਰਿਭਾਸ਼ਿਤ ਹਨ ਕਿ ਓਮੇਗਾ 2 ਇਹ ਓਮੇਗਾ 1 ਇਹ ਹੈ। ਆਮ ਤੌਰ ਤੇ ਇਹ ਕਰਵ ਓਮੇਗਾ 0 ਦੇ ਬਾਰੇ ਅਸਿਮੈਟ੍ਰਿਕ ਹੈ, ਪਰ ਇਹ ਮੇਰੀ ਮਾੜੀ ਡਰਾਇੰਗ ਹੈ ਕਿ ਇਹ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਹ ਸਿਮੈਟ੍ਰਿਕ ਨਹੀਂ ਹੈ। ਇਸ ਲਈ, ਮੇਰੀ Q ਵੈਲਿਊ ਪਰਿਭਾਸ਼ਾ ਕਹਿੰਦੀ ਹੈ ਕਿ ਇਹ ਸਿਰਫ ਓਮੇਗਾ 0 ਹੈ, ਜੋ ਕਿ ਇਸ ਵਿਡਥ ਦੁਆਰਾ ਡਿਵਾਈਡ ਕੀਤੇ ਗਏ ਓਸੀਲੇਟਰ ਨੂੰ ਸਪਲਾਈ ਕੀਤੀ ਜਾ ਰਹੀ ਪੀਕ ਪਾਵਰ ਦੇ ਅਨੁਸਾਰੀ ਡਰਾਈਵਿੰਗ ਫ੍ਰੀਕੁਏਂਸੀ ਦੀ ਵੈਲਿਊ ਹੈ, ਜਿਸ ਨੂੰ ਅਕਸਰ ਹਾਫ ਮੈਕਸਿਮਮ ਤੇ ਪੂਰੀ ਵਿਡਥ ਕਿਹਾ ਜਾਂਦਾ ਹੈ। ਇਹ ਇਸ ਕੇਸ ਵਿੱਚ Q ਵੈਲਿਊ ਦੀ ਪਰਿਭਾਸ਼ਾ ਹੈ। ਹੁਣ ਦੇਖਦੇ ਹਾਂ ਕਿ ਅਸੀਂ ਇਸ ਤੱਕ ਕਿਵੇਂ ਪਹੁੰਚਦੇ ਹਾਂ। ਸਾਡਾ ਸ਼ੁਰੂਆਤੀ ਪੁਆਇੰਟ ਉਹ ਪਰਿਭਾਸ਼ਾ ਹੈ ਜੋ ਕਿ Q ਵੈਲਿਊ ਹੈ। ਇਹਨਾਂ ਦੋ ਓਮੇਗਾ 1 ਅਤੇ ਓਮੇਗਾ 2 ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਕਿ ਐਵਰੇਜ ਪਾਵਰ ਦੇ ਇੱਕੋ ਵੈਲਿਊ ਤੇ ਫ੍ਰੀਕੁਏਂਸੀ ਦੇ ਦੋ ਵੈਲਿਊ ਨਾਲ ਮੇਲ ਖਾਂਦਾ ਹੈ, ਅਤੇ ਔਸਤ P ਅਧਿਕਤਮ ਨੂੰ 2 ਨਾਲ ਡਿਵਾਈਡ ਕੀਤਾ ਜਾਂਦਾ ਹੈ।
ਇਸ ਲਈ ਇਸ ਵੈਲਿਊ ਤੇ ਫ੍ਰੀਕੁਐਂਸੀ ਲਈ ਦੋ ਸੰਭਵ ਵੈਲਿਊ ਹਨ। ਇਸ ਲਈ ਤੁਸੀਂ ਇੱਥੋਂ ਇੱਕ ਹੋਰੀਜ਼ੋਨਟਲ ਲਾਈਨ ਡਰਾ ਕਰਦੇ ਹੋ। ਇਹ ਰੇਜ਼ੋਨੈਂਸ ਦੇ ਕਵਰ ਨੂੰ 2 ਪੁਆਇੰਟ ਨੂੰ ਕੱਟ ਦਿੰਦਾ ਹੈ। ਤਾਂ ਜੋ ਤੁਸੀਂ ਦੋ ਵਰਟੀਕਲ ਲਾਈਨਾਂ ਡਰਾ ਕਰਦੇ ਹੋ, ਤਾਂ ਤੁਹਾਨੂੰ ਇਹ ਓਮੇਗਾ 1 ਅਤੇ ਓਮੇਗਾ 2 ਇਸ ਦੇ ਅਨੁਸਾਰ ਹੀ ਪ੍ਰਾਪਤ ਹੋਣਗੇ। ਇਸ ਲਈ ਇਹ ਓਮੇਗਾ 1 ਅਤੇ ਓਮੇਗਾ 2 ਨੂੰ ਪਰਿਭਾਸ਼ਿਤ ਕਰਨ ਲਈ ਸਾਡੀ ਪਰਿਭਾਸ਼ਾ ਹੈ। ਅਤੇ ਇੱਕ ਵਾਰ ਜਦੋਂ ਤੁਸੀਂ ਓਮੇਗਾ 1 ਓਮੇਗਾ 2 ਨੂੰ ਜਾਣਦੇ ਹੋ, ਤਾਂ ਇਹ ਵਿਡਥ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਇਹ ਸਾਨੂੰ ਦੱਸੇਗਾ ਕਿ Q ਫੈਕਟਰ ਕੀ ਹੈ। ਸਾਨੂੰ ਹੁਣ ਇਹ ਦੇਖਣ ਦੀ ਲੋੜ ਹੈ ਕਿ Q ਫੈਕਟਰ ਜਾਂ Q ਵੈਲਿਊ ਦੀ ਇਹ ਪਰਿਭਾਸ਼ਾ ਉਸ ਪਰਿਭਾਸ਼ਾ ਨਾਲ ਮੇਲ ਖਾਂਦੀ ਹੈ ਜੋ ਅਸੀਂ ਪਹਿਲਾਂ ਹੀ ਦੱਸੀ ਸੀ। ਆਓ ਇਸ ਕੰਡੀਸ਼ਨ ਨੂੰ ਲਾਗੂ ਕਰਕੇ ਸ਼ੁਰੂ ਕਰੀਏ। ਇਸ ਲਈ ਲੈਫਟ ਹੈਂਡ ਸਾਈਡ ਦੀ ਐਵਰੇਜ ਪਾਵਰ ਹੈ ਜੋ ਅਸੀਂ ਇਸ ਨਤੀਜੇ ਨੂੰ ਪ੍ਰਾਪਤ ਕਰਦੇ ਹਾਂ। ਇਸ ਲਈ ਇਹ ਗਾਮਾ F0 ਸਕੁਏਅਰ ਬਾਏ 2 ਮੋਡ Z ਸਕੁਏਅਰ ਹੋਵੇਗਾ ਅਤੇ ਰਾਈਟ ਹੈਂਡ ਸਾਈਡ ਦੀ ਮੈਕਸਿਮਮ ਸਪਲਾਈ ਕੀਤੀ ਪਾਵਰ ਨੂੰ 2 ਨਾਲ ਡਿਵਾਈਡ ਕੀਤਾ ਜਾਵੇਗਾ। ਇਸ ਲਈ ਇਹ ਅੱਧਾ F0 ਸਕੁਏਅਰ ਡਿਵਾਈਡਡ ਬਾਏ 2 ਗਾਮਾ ਹੈ। ਇਸ ਲਈ ਯਾਦ ਰੱਖੋ ਕਿ ਸਾਡੇ ਕੋਲ ਇਹ ਸੰਬੰਧ ਮੈਕਸਿਮਮ ਪਾਵਰ ਸਪਲਾਈ ਲਈ ਸੀ। ਇਸ ਲਈ ਇਹ ਉਹ ਕੰਡੀਸ਼ਨ ਹੈ ਜੋ ਸਾਡੇ ਕੋਲ ਹੈ। ਅਤੇ ਜੇਕਰ ਤੁਸੀਂ ਇੱਥੇ ਵੱਖ-ਵੱਖ ਚੀਜ਼ਾਂ ਨੂੰ ਕੈਂਸਲ ਕਰਦੇ ਹੋ, ਕਿਉਂਕਿ ਉਦਾਹਰਨ ਲਈ ਇਸ ਨਾਲ 2 ਕੈਂਸਲ ਹੋ ਜਾਣਗੇ, ਤਾਂ ਚੀਜ਼ਾਂ ਕੈਂਸਲ ਹੋ ਜਾਣਗੀਆਂ। ਅਤੇ ਇਹ ਇਕੁਏਸ਼ਨ ਸਿਰਫ Z ਸਕੁਏਅਰ ਦੀ ਐਵਰੇਜ ਤੋਂ ਘਟ ਕੇ 2 ਟਾਈਮਸ ਗਾਮਾ ਸਕੁਏਅਰ ਦੇ ਇਕੁਅਲ ਹੋਵੇਗਾ। ਅਤੇ ਹੁਣ Z ਸਕੁਏਅਰ ਦੇ ਮੋਡੂਲਸਸ ਦੀ ਪਰਿਭਾਸ਼ਾ ਤੇ ਵਾਪਸ ਚੱਲੀਏ ਜੋ ਅਸੀਂ ਇੱਥੇ ਇਸ ਸੰਬੰਧ ਤੋਂ ਪ੍ਰਾਪਤ ਕਰ ਸਕਦੇ ਹਾਂ। ਜੇਕਰ ਮੈਂ ਉਸ ਸੰਬੰਧ ਨੂੰ ਰੱਖਦਾ ਹਾਂ, ਤਾਂ ਮੈਂ ਇੱਥੋਂ ਪ੍ਰਾਪਤ ਕਰਾਂਗਾ ਜੋ ਅਸੀਂ ਚਾਹੁੰਦੇ ਹਾਂ। ਤੋਂ ਅਸੀਂ ਸਿਰਫ 2 ਸਟੇਪ ਦੂਰ ਹਾਂ। ਜੇਕਰ ਮੈਂ ਹੋਰ ਸਰਲ ਬਣਾਵਾਂ, ਤਾਂ ਇਹ ਹੋਵੇਗਾ m ਓਮੇਗਾ ਮਾਈਨਸ s ਬਾਏ ਓਮੇਗਾ ਹੋਲ ਸਕੁਏਅਰ ਜੋ ਕਿ 2 ਸਕੁਏਅਰ ਮਾਈਨਸ ਗਾਮਾ ਸਕੁਏਅਰ ਦੇ ਇਕੁਅਲ ਹੈ ਅਤੇ ਇਹ ਬਸ ਇਹ ਹੈ। ਅਤੇ ਇਸ ਦਾ ਮਤਲਬ ਇਹ ਹੋਵੇਗਾ m ਓਮੇਗਾ ਮਾਈਨਸ s ਬਾਏ ਓਮੇਗਾ ਪਲਸ ਜਾਂ ਮਾਈਨਸ ਗਾਮਾ ਦੇ ਇਕੁਅਲ ਹੈ। ਇਸ ਲਈ ਮੈਂ ਇਸ ਨੂੰ ਓਮੇਗਾ ਦੁਆਰਾ 2 ਵੱਖ-ਵੱਖ ਇਕੁਏਸ਼ਨਸ m ਓਮੇਗਾ ਮਾਈਨਸ s ਦੇ ਰੂਪ ਵਿੱਚ ਲਿਖਦਾ ਹਾਂ। ਇੱਕ ਸੰਭਾਵਨਾ ਇਹ ਹੈ ਕਿ ਪਲਸ ਕੋਮਾ ਹੋ ਸਕਦਾ ਹੈ। ਦੂਜਾ ਇੱਕ ਹੈ m ਓਮੇਗਾ ਮਾਈਨਸ s ਬਾਏ ਓਮੇਗਾ ਬਰਾਬਰ ਮਿਨਸ ਗਾਮਾ। ਅਸੀਂ ਜਾਣਦੇ ਹਾਂ ਕਿ ਓਮੇਗਾ 1 ਅਤੇ ਓਮੇਗਾ 2 ਦੇ ਅਨੁਸਾਰੀ 2 ਸੋਲਿਊਸ਼ਨ ਹਨ। ਇਸ ਲਈ ਜੇਕਰ ਮੈਂ 2m ਵਿੱਚ ਰੱਖਦਾ ਹਾਂ, ਤਾਂ ਮੰਨ ਲਓ ਕਿ ਉਹਨਾਂ ਵਿੱਚੋਂ ਇੱਕ ਓਮੇਗਾ 2 ਨਾਲ ਮੇਲ ਖਾਂਦਾ ਹੈ। ਤਾਂ ਮੇਰੇ ਕੋਲ m ਓਮੇਗਾ 2 ਮਾਈਨਸ s ਬਾਏ ਓਮੇਗਾ 2 ਗਾਮਾ ਦੇ ਇਕੁਅਲ ਹੈ। ਅਤੇ ਦੂਸਰਾ ਇੱਕ ਓਮੇਗਾ 1 ਸੋਲਿਊਸ਼ਨ ਨਾਲ ਮੇਲ ਖਾਂਦਾ ਹੈ। ਇਸ ਲਈ ਮੇਰੇ ਕੋਲ m ਓਮੇਗਾ 1 ਮਾਈਨਸ s ਬਾਏ ਓਮੇਗਾ 1 ਇਕੁਅਲ ਮਾਈਨਸ ਗਾਮਾ ਹੋਵੇਗਾ। ਹੁਣ ਮੈਂ ਇੱਥੇ s ਨੂੰ ਖਤਮ ਕਰਨਾ ਚਾਹੁੰਦਾ ਹਾਂ। s ਸਟਿਫਨੈਸ ਕਨਸਟੈਂਟ ਹੈ। ਅਤੇ ਅਜਿਹਾ ਕਰਨ ਦਾ ਤਰੀਕਾ ਇਹ ਹੈ ਕਿ ਇਸ ਇਕੁਏਸ਼ਨ ਨੂੰ ਓਮੇਗਾ 2 ਨਾਲ ਮਲਟੀਪਲਾਈ ਕਰੋ। ਇਸ ਇਕੁਏਸ਼ਨ ਨੂੰ ਓਮੇਗਾ 2 ਨਾਲ ਮਲਟੀਪਲਾਈ ਕਰੋ। ਅਤੇ ਇਸ ਇਕੁਏਸ਼ਨ ਨੂੰ ਓਮੇਗਾ ਨਾਲ ਮਲਟੀਪਲਾਈ ਕਰੋ। ਇੱਕ ਨੂੰ ਦੂਜੇ ਵਿੱਚੋਂ ਮਾਈਨਸ ਕਰੋ ਅਤੇ ਅਸੀਂ ਇਸ ਦੇ ਯੋਗ ਹੋਵਾਂਗੇ ਇਕੁਏਸ਼ਨ ਦੇ 2 ਸੈਟਾਂ ਵਿੱਚੋਂ s ਨੂੰ ਮਾਈਨਸ ਕਰੋ। ਅਤੇ ਇੱਕ ਵਾਰ ਜਦੋਂ ਅਸੀਂ ਇਹ ਕਰ ਲੈਂਦੇ ਹਾਂ, ਤਾਂ ਮੈਂ ਤੁਹਾਨੂੰ ਮੈਥਮੈਟਿਕਲ ਸਟੇਪ ਦੇ ਸਮਾਲ ਪੀਸ ਨੂੰ ਕਰਨ ਲਈ ਛੱਡ ਦਿਆਂਗਾ। ਅਤੇ ਇੱਕ ਵਾਰ ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਓਮੇਗਾ 2 ਮਾਈਨਸ ਓਮੇਗਾ 1 ਇਕੁਅਲ ਗਾਮਾ ਬਾਏ m ਅਤੇ ਹੁਣ ਇੰਜ ਜਾਪਦਾ ਹੈ ਕਿ ਅਸੀਂ ਨਤੀਜੇ ਦੇ ਨੇੜੇ ਆ ਰਹੇ ਹਾਂ।
ਹੁਣ ਮੈਂ ਦੋਵਾਂ ਸਾਈਡ ਨੂੰ ਓਮੇਗਾ 0 ਨਾਲ ਡਿਵਾਈਡ ਕਰਾਂਗੇ ਅਤੇ ਇਸ ਨੂੰ ਇਨਵਰਟ ਕਰਾਂਗਾ, ਜਿਸ ਕੇਸ ਵਿੱਚ ਤੁਹਾਨੂੰ ਮਿਲੇਗਾ m ਓਮੇਗਾ 0 ਬਾਏ ਗਾਮਾ ਇਕੁਅਲ ਓਮੇਗਾ 0 ਬਾਏ ਓਮੇਗਾ 2 ਮਾਈਨਸ ਓਮੇਗਾ 1, ਅਤੇ ਜੋ ਅਸੀਂ ਪਹਿਲਾਂ ਹੀ ਅਧਿਐਨ ਕੀਤਾ ਸੀ, ਉਸ ਤੋਂ ਅਸੀਂ ਜਾਣਦੇ ਹਾਂ ਕਿ ਇੱਥੇ ਇਹ ਕੁਆਂਟੀਟੀ ਸਿਰਫ Q ਵੈਲਿਊ ਦੇ ਇਕੁਅਲ ਹੈ। ਇਸ ਲਈ ਮੇਰੇ ਕੋਲ ਮੇਰਾ ਅੰਤਮ ਨਤੀਜਾ ਹੈ ਕਿ Q ਵੈਲਿਊ ਜਾਂ Q ਫੈਕਟਰ ਓਮੇਗਾ 2 ਮਾਈਨਸ ਓਮੇਗਾ 1 ਬਾਏ ਓਮੇਗਾ 0 ਦੇ ਇਕੁਅਲ ਹੈ। ਅਤੇ ਇਹ ਇੱਕ ਬਹੁਤ ਹੀ ਪ੍ਰੈਕਟੀਕਲ ਪਰਿਭਾਸ਼ਾ ਹੈ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਦੋਂ ਵੀ ਤੁਸੀਂ ਐਵਰੇਜ ਪਾਵਰ ਦੇ ਰੂਪ ਵਿੱਚ ਡਰਾਈਵਿੰਗ ਫ੍ਰੀਕੁਐਂਸੀ ਦਾ ਕੰਮ ਰੈਜ਼ੋਨੈਂਸ ਕਰਵ ਨੂੰ ਦੇਖਦੇ ਹੋ। ਇਹ ਓਮੇਗਾ 2 ਅਤੇ ਓਮੇਗਾ 1 ਤੁਹਾਨੂੰ ਇੱਕ ਵਾਰ ਫਿਰ ਤੋਂ ਯਾਦ ਕਰਾਉਣ ਲਈ ਡਰਾਈਵਿੰਗ ਫ੍ਰੀਕੁਐਂਸੀ ਦੇ ਦੋ ਵੈਲਿਊ ਹਨ ਜਿਨ੍ਹਾਂ ਤੇ ਐਵਰੇਜ ਪਾਵਰ ਅੱਧੀ ਪੀਕ ਪਾਵਰ ਹੈ। ਇਸ ਲਈ Q ਵੈਲਿਊ ਨੂੰ ਐਂਪਲੀਫਿਕੇਸ਼ਨ ਫੈਕਟਰ ਦੇ ਰੂਪ ਵਿੱਚ ਦੇਖਣ ਦਾ ਇੱਕ ਹੋਰ ਤਰੀਕਾ ਹੈ ਅਤੇ ਜਲਦੀ ਹੀ ਇਸ ਦਾ ਮਤਲਬ ਸਮਝ ਜਾਵੇਗਾ। ਪਰ ਮੈਨੂੰ ਖੁਦ ਪ੍ਰਕਿਰਿਆ ਵਿੱਚੋਂ ਲੰਘਣ ਦਿਓ। ਇਸ ਲਈ ਸ਼ੁਰੂ ਕਰਨ ਲਈ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਫੋਰਸਡ ਅਤੇ ਇੱਕ ਡਿਸਿਪੇਟਿੰਗ ਓਸੀਲੇਟਰ ਲਈ ਵਿਸਥਾਪਨ ਦਾ ਐਂਪਲੀਟਿਊਡ ਇਸ ਐਕਸਪ੍ਰੈਸ਼ਨ ਦੁਆਰਾ ਦਿੱਤਾ ਗਿਆ ਹੈ। ਇਸ ਲਈ ਅਸੀਂ ਇਸ ਨੂੰ ਪਹਿਲੇ ਮੋਡਿਊਲ ਵਿੱਚੋਂ ਇੱਕ ਵਿੱਚ ਲਿਆ ਹੈ ਅਤੇ ਰੈਜ਼ੋਨੈਂਸ ਤੇ ਰੈਜ਼ੋਨੈਂਸ ਵਾਲੀ ਫ੍ਰੀਕੁਐਂਸੀ ਨੂੰ ਓਮੇਗਾ r ਕਹਿ ਸਕਦੇ ਹਾਂ। ਤਾਂ ਓਮੇਗਾ r ਮੇਰੀ ਰੈਜ਼ੋਨੈਂਟ ਫ੍ਰੀਕੁਐਂਸੀ ਹੈ ਅਤੇ ਅਸੀਂ ਇਹ ਵੀ ਦੇਖਿਆ ਕਿ ਰੈਜ਼ੋਨੈਂਟ ਫ੍ਰੀਕੁਐਂਸੀ ਜਿਸ ਨੂੰ ਮੈਂ ਓਮੇਗਾ r ਕਹਿੰਦੇ ਹਾਂ ਇਸ ਐਕਸਪ੍ਰੈਸ਼ਨ ਦੇ ਇਕੁਅਲ ਹੈ ਅਤੇ ਅਸੀਂ ਦੁਹਰਾਇਆ ਕਿ ਇਹ ਕੁਦਰਤੀ ਫ੍ਰੀਕੁਐਂਸੀ ਨਾਲੋਂ ਥੋੜਾ ਘੱਟ ਹੈ ਜੋ ਕਿ ਓਮੇਗਾ 0 ਜਾਂ ਓਮੇਗਾ ਦੁਆਰਾ ਦਿੱਤਾ ਜਾਂਦਾ ਹੈ ਇੱਥੇ ਠੀਕ ਨਹੀਂ ਹੈ। ਇਸ ਲਈ ਹੁਣ ਮੈਕਸਿਮਮ ਐਂਪਲੀਟਿਊਡ ਜਾਂ ਮੈਨੂੰ ਉਸ ਕੁਆਂਟੀਟੀ ਨੂੰ ਮੈਕਸਿਮਮ ਕਹਿਣ ਦਿਓ। ਮੈਕਸਿਮਮ ਐਂਪਲੀਟਿਊਡ ਜੋ ਤੁਸੀਂ ਕਦੇ ਵੀ ਪ੍ਰਾਪਤ ਕਰ ਸਕਦੇ ਹੋ f0 ਡਿਵਾਈਡਡ ਬਾਏ ਤੁਸੀਂ ਓਮੇਗਾ ਬਾਏ ਓਮੇਗਾ r ਟਾਈਮਸ ਮੋਡ z ਨਾਲ ਬਦਲੋ। ਇਸ ਲਈ ਇਹ ਮੈਕਸਿਮਮ ਐਂਪਲੀਟਿਊਡ ਹੈ ਜੋ ਤੁਸੀਂ ਕਦੇ ਵੀ ਪੈਰਾਮੀਟਰਾਂ ਦੇ ਸੈੱਟ ਲਈ ਪ੍ਰਾਪਤ ਕਰ ਸਕਦੇ ਹੋ ਜੋ ਤੁਸੀਂ ਆਪਣੇ ਓਸੀਲੇਟਰ ਲਈ ਚੁਣਿਆ ਹੈ। ਹੁਣ ਇੱਕ ਹੋਰ ਰੈਫਰੈਂਸ ਕੁਆਂਟੀਟੀ ਨੂੰ ਵੀ ਪਰਿਭਾਸ਼ਿਤ ਕਰੀਏ। ਮੈਂ ਜੋ ਕੁਝ ਕਰਨ ਜਾ ਰਿਹਾ ਹਾਂ ਉਹ ਹੈ ਰੈਫਰੈਂਸ ਐਂਪਲੀਟਿਊਡ ਦੇ ਵਿਰੁੱਧ ਇਹ ਮੈਕਸਿਮਮ ਨੂੰ ਮਾਪਣਾ ਅਤੇ ਉਹ ਰੈਫਰੈਂਸ ਐਂਪਲੀਟਿਊਡ ਮੈਨੂੰ ਇਸ ਨੂੰ ਕੁਝ 0 ਕਹਿਣ ਦਿਓ ਅਤੇ ਅਸੀਂ ਇਸ ਰੈਫਰੈਂਸ ਐਂਪਲੀਟਿਊਡ ਨੂੰ ਕਿਵੇਂ ਪ੍ਰਾਪਤ ਕਰਦੇ ਹਾਂ ਤਾਂ ਜੋ ਮੈਂ ਕੀ ਕਰਨ ਜਾ ਰਿਹਾ ਹਾਂ ਉਹ ਲਿਮਿਟ ਵਿੱਚ ਐਂਪਲੀਟਿਊਡ ਦੀ ਖੋਜ ਕਰਨਾ ਹੈ ਜੋ ਡਰਾਈਵਿੰਗ ਫ੍ਰੀਕੁਐਂਸੀ 0 ਵੱਲ ਜਾਂਦੀ ਹੈ। ਇਸ ਲਈ ਤੁਸੀਂ ਡਿਸਪਲੇਸਮੈਂਟ ਦੇ ਐਂਪਲੀਟਿਊਡ ਲਈ ਡਰਾਈਵਿੰਗ ਫ੍ਰੀਕੁਐਂਸੀ ਦੀ ਲਿਮਿਟ ਨੂੰ 0 ਤੱਕ ਲੈ ਜਾਂਦੇ ਹੋ। ਹੁਣ ਜਦੋਂ ਤੁਸੀਂ ਸਕੁਏਅਰ ਰੂਟ ਦੇ ਹੇਠਾਂ ਵੱਖ-ਵੱਖ ਟਰਮ ਦੇ ਵਿਚਕਾਰ ਓਮੇਗਾ ਦੀ ਟੈਂਡਿੰਗ ਨੂੰ 0 ਵੱਲ ਲੈਂਦੇ ਹੋ ਜਿਸ ਡਿਨੋਮੀਨੇਟਰ ਵਿੱਚ ਓਮੇਗਾ ਹੈ, ਇਹ ਟਰਮ ਸਭ ਤੋਂ ਡੋਮੀਨੇਟਿੰਗ ਟਰਮ ਹੋਵੇਗਾ ਕਿਉਂਕਿ ਤੁਸੀਂ ਬਹੁਤ ਘੱਟ ਓਮੇਗਾ ਦੀ ਲਿਮਿਟ ਲੈ ਰਹੇ ਹੋ, ਜਿਸ ਕੇਸ ਵਿੱਚ ਇਹ ਐਕਸਪ੍ਰੈਸ਼ਨ ਸਿਰਫ ਓਮੇਗਾ ਵਿੱਚ f0 ਹੋਵੇਗਾ ਅਤੇ ਓਮੇਗਾ ਕੌਮਾ ਸਕੁਏਅਰ ਦੁਆਰਾ s ਦੀ ਤੁਲਨਾ ਵਿੱਚ ਛੋਟਾ ਹੋਵੇਗਾ। ਇਸ ਲਈ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। ਇਸ ਲਈ ਮੈਂ ਇੱਥੇ s ਬਾਏ ਓਮੇਗਾ ਕੋਲ ਕਰਨ ਜਾ ਰਿਹਾ ਹਾਂ ਓਮੇਗਾ ਅਤੇ ਓਮੇਗਾ ਕੈਂਸਲ ਕਰ ਦੇਵੇਗਾ। ਇਹ ਅੰਤ ਵਿੱਚ ਮੈਨੂੰ f0 ਬਾਏ s ਦੇਵੇਗਾ। ਯਾਦ ਰੱਖੋ ਕਿ s ਇਹ ਸਟਿਫਨੈਸ ਕੋਨਸਟੈਂਟ ਹੈ। ਇਸ ਲਈ ਓਮੇਗਾ ਦੀ ਟੈਂਡਿੰਗ ਵਿੱਚ 0 ਵੱਲ ਲਿਮਿਟ ਵਾਲਾ ਮੇਰਾ ਰੈਫਰੈਂਸ ਐਂਪਲੀਟਿਊਡ 0 ਹੈ ਜੋ f0 ਬਾਏ s ਹੈ ਅਤੇ ਇਹ ਰੈਫਰੈਂਸ ਐਂਪਲੀਟਿਊਡ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਓਮੇਗਾ ਤੋਂ ਇੰਡੀਪੈਂਡੈਂਟ ਹੈ। ਇਸ ਲਈ ਹੁਣ ਮੇਰੇ ਕੋਲ ਦੋ ਚੀਜ਼ਾਂ ਹਨ, ਇੱਕ ਇਹ ਕੁਆਂਟੀਟੀ ਇਹ ਮੈਕਸ ਅਤੇ ਰੈਫਰੈਂਸ ਐਂਪਲੀਟਿਊਡ ਜੋ ਕਿ f0 ਬਾਏ s ਹੈ।
ਮੈਂ ਜੋ ਕਰਨ ਜਾ ਰਿਹਾ ਹਾਂ ਉਹ ਹੈ A max ਦੇ ਅਨੁਪਾਤ ਨੂੰ 0 ਤੱਕ ਲੈ ਜਾਣਾ। ਇਸ ਲਈ ਮੈਨੂੰ A max by A0 whole square ਅਤੇ man ਲਿਖ ਕੇ ਸ਼ੁਰੂ ਕਰਨ ਦਿਓ। ਅਤੇ ਮੈਂ ਸਿਰਫ ਉਹਨਾਂ ਸਮੀਕਰਨਾਂ ਨੂੰ ਕਾਪੀ ਕਰਾਂਗਾ ਜੋ ਮੈਂ ਇੱਥੇ ਲਿਖੇ ਹਨ। ਜਿਸ ਕੇਸ ਵਿੱਚ ਅਤੇ ਅਨੁਪਾਤ ਲੈਣ ਤੋਂ ਪਹਿਲਾਂ ਇਸ ਨੂੰ ਅਸਲ ਵਿੱਚ ਹੋਰ ਸਰਲ ਬਣਾਇਆ ਜਾ ਸਕਦਾ ਹੈ। ਇਸ ਲਈ ਇਹ ਓਮੇਗਾ r ਇਨਟੂ ਗਾਮਾ ਵਿੱਚ ਬਦਲ ਜਾਵੇਗਾ। ਜ਼ਰੂਰੀ ਤੌਰ ਤੇ ਅਸੀਂ ਸਿਰਫ ਰੈਜ਼ੋਨੈਂਟ ਫ੍ਰੀਕੁਐਂਸੀ ਲਈ ਕੰਡੀਸ਼ਨ ਪਾ ਰਹੇ ਹਾਂ। ਇਸ ਲਈ ਹੁਣ ਮੈਨੂੰ ਇਹਨਾਂ ਦੋ ਕੁਆਂਟੀਟੀਜ਼ ਦੀ ਲੋੜ ਹੈ। A max ਅਤੇ A0 ਮੈਂ ਉਹਨਾਂ ਦੇ ਅਨੁਪਾਤ ਲੈਣ ਜਾ ਰਿਹਾ ਹਾਂ। ਮੇਰੇ ਕੋਲ ਇਹ ਅਨੁਪਾਤ A max ਅਤੇ 0 ਦੇ ਵਿਚਕਾਰ ਹੈ। ਹੁਣ ਅਸੀਂ ਇਸ ਨੂੰ Q ਵੈਲਿਊ ਦੇ ਰੂਪ ਵਿੱਚ ਲਿਖਣ ਲਈ ਇਸ ਨੂੰ ਥੋੜਾ ਜਿਹਾ ਮੈਨੀਪੁਲੇਟ ਕਰਾਂਗੇ। ਅਗਲਾ ਸਟੇਪ F0 ਸਕੁਏਅਰ ਨੂੰ ਕੈਨਸਲ ਕਰਨਾ ਹੈ। ਅਤੇ ਯਾਦ ਰੱਖੋ ਕਿ ਓਮੇਗਾ 0 ਸਕੁਏਅਰ S ਬਾਏ M ਦੇ ਇਕੁਅਲ ਹੈ। ਮੈਂ ਇੱਕ ਸਕੁਏਅਰ ਨੂੰ ਓਮੇਗਾ 0 ਦੁਆਰਾ ਪਾਵਰ 4 ਵਿੱਚ M ਸਕੁਏਅਰ ਨੂੰ ਗਾਮਾ ਸਕੁਏਅਰ ਦੁਆਰਾ ਡਿਵਾਈਡ ਕੀਤਾ ਜਾ ਸਕਦਾ ਹਾਂ ਅਤੇ ਓਮੇਗਾ r ਸਕੁਏਅਰ ਉਹ ਐਕਸਪ੍ਰੈਸ਼ਨ ਹੈ ਜੋ ਸਾਡੇ ਇੱਥੇ ਪਹਿਲਾਂ ਹੀ ਮੌਜੂਦ ਹੈ, ਜੋ ਕਿ ਓਮੇਗਾ 0 ਸਕੁਏਅਰ ਮਾਈਨਸ ਗਾਮਾ ਸਕੁਏਅਰ 4 ਮੀਟਰ ਸਕੁਏਅਰ ਹੈ। ਇਸ ਲਈ ਇੱਥੋਂ ਤੁਸੀਂ ਦੇਖੋਗੇ ਕਿ ਇਸ ਐਕਸਪ੍ਰੈਸ਼ਨ ਵਿੱਚ ਸਿਰਫ ਉਹੀ ਕੁਆਂਟੀਟੀਜ਼ ਸ਼ਾਮਲ ਹਨ, ਜਾਂ ਉਹ ਕੁਆਂਟੀਟੀਜ਼ ਜੋ ਅਸੀਂ ਆਮ ਤੌਰ ਤੇ RQ ਵੈਲਿਊ ਨੂੰ ਪਰਿਭਾਸ਼ਿਤ ਕਰਨ ਲਈ ਵਰਤਦੇ ਹਾਂ ਜੋ ਕਿ m ਓਮੇਗਾ 0 ਬਾਏ ਗਾਮਾ ਹੈ। ਇਸ ਲਈ ਇਸ ਨੂੰ Q ਵੈਲਿਊ ਦੇ ਰੂਪ ਵਿੱਚ ਲਿਖਣ ਲਈ ਇਸ ਨੂੰ ਮੈਨੀਪੁਲੇਟ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਇਸ ਲਈ ਇੱਕ ਬਹੁਤ ਹੀ ਸਿੱਧੇ ਰੂਪ ਵਿੱਚ ਅਸੀਂ A max ਬਾਏ A0 Q ਸਕੁਏਅਰ ਦੇ ਇਕੁਅਲ ਕਰਨ ਲਈ 1 ਮਾਈਨਸ 1 ਬਾਏ 4 Q ਸਕੁਏਅਰ ਦੇ ਇਕੁਅਲ ਲਿਖ ਸਕਦੇ ਹਾਂ। ਫਰਦਰ ਤੁਸੀਂ ਇੱਥੋਂ ਸਕੁਏਅਰ ਰੂਟ ਲੈਂਦੇ ਹੋ ਅਤੇ ਇਹ ਮੈਨੂੰ Q ਡਿਵਾਈਡਡ ਬਾਏ 1 ਮਾਈਨਸ ਦਾ ਸਕੁਏਅਰ ਰੂਟ 1 ਬਾਏ 4 Q ਸਕੁਏਅਰ ਦੇਵੇਗਾ। ਅਤੇ ਹੁਣ ਇਹ ਲਿਮਿਟ ਲਵੇਗੀ ਕਿ Q 1 ਤੋਂ ਬਹੁਤ ਵੱਡਾ ਹੈ, ਮਤਲਬ ਕਿ ਅਸੀਂ ਲਿਮਿਟ ਵਿੱਚ ਜਾਂ ਪੈਰਾਮੀਟਰਾਂ ਦੀ ਪ੍ਰਣਾਲੀ ਵਿੱਚ ਕੰਮ ਕਰ ਰਹੇ ਹਾਂ ਜਿੱਥੇ Q ਵੈਲਿਊ ਬਹੁਤ ਵੱਡੀ ਹੈ, ਜਿਸ ਕੇਸ ਵਿੱਚ ਇੱਥੇ ਇਹ ਐਕਸਪ੍ਰੈਸ਼ਨ Q ਦੇ ਲਗਭਗ ਇਕੁਅਲ ਹੋ ਜਾਂਦਾ ਹੈ। ਇਹ ਸਾਡੀ ਲੋੜੀਂਦੀ ਐਕਸਪ੍ਰੈਸ਼ਨ ਹੈ। A max ਬਾਏ A0 Q ਹੈ ਅਤੇ ਯਾਦ ਰੱਖੋ ਕਿ A0 F0 ਬਾਏ S ਸੀ। ਹੁਣ ਅਸੀਂ ਇਸ ਨੂੰ Q ਵੈਲਿਊ ਦੇ ਰੂਪ ਵਿੱਚ ਰੈਜ਼ੋਨੈਂਸ ਕਰਵ ਦਾ ਸਕੈਚ ਕਰ ਸਕਦੇ ਹਾਂ। ਇਸ ਲਈ ਉਦਾਹਰਨ ਲਈ ਇੱਥੇ ਮੈਂ X max ਨੂੰ ਡਰਾਈਵਿੰਗ ਫ੍ਰੀਕੁਐਂਸੀ ਓਮੇਗਾ ਦੇ ਇੱਕ ਫੰਕਸ਼ਨ ਦੇ ਤੌਰ ਤੇ ਤਿਆਰ ਕਰ ਰਿਹਾ ਹਾਂ ਅਤੇ ਇਹ ਕੁਝ ਇਸ ਤਰ੍ਹਾਂ ਦਿਖਾਈ ਦੇ ਸਕਦਾ ਹੈ। ਇਸ ਲਈ ਇਹ ਵੈਲਿਊ ਰੈਫਰੈਂਸ ਵੈਲਿਊ ਹੋ ਸਕਦੀ ਹੈ ਜੋ A0 ਇਕੁਅਲ F0 ਬਾਏ S ਹੈ ਅਤੇ ਇੱਥੇ ਹਰ ਦੂਜੀ ਚੋਟੀ ਨੂੰ ਇਸ ਰੈਫਰੈਂਸ ਵੈਲਿਊ ਦੇ ਰੂਪ ਵਿੱਚ A0 ਵਿੱਚ ਲਿਖਿਆ ਗਿਆ ਹੈ। ਉਦਾਹਰਨ ਵਜੋਂ ਇਹ ਕਰਵ 2 ਦੇ ਇਕੁਅਲ Q ਦਾ ਕੇਸ ਹੋ ਸਕਦਾ ਹੈ, ਜਿਸ ਦਾ ਮਤਲਬ ਹੋਵੇਗਾ ਕਿ ਇੱਥੇ ਸਿਖਰ ਇਸ ਵੈਲਿਊ ਤੋਂ ਦੁੱਗਣਾ ਹੈ ਅਤੇ ਇਸ ਤਰ੍ਹਾਂ ਹੋਰ। ਇਸ ਲਈ ਅਸੀਂ ਇਸ ਤਰ੍ਹਾਂ ਦੇ ਕੁਝ ਹੋਰ ਕਰਵ ਬਣਾ ਸਕਦੇ ਹਾਂ ਅਤੇ ਇਹ ਸੰਭਵ ਤੌਰ ਤੇ 3 ਦੇ ਇਕੁਅਲ Q ਹੋ ਸਕਦਾ ਹੈ। ਇਸ ਲਈ ਤੁਸੀਂ ਵੇਖੋਗੇ
ਕਿ Q ਸ਼ਾਰਪਰ ਦੀ ਵੱਡੀ ਵੈਲਿਊ ਰੇਜ਼ੋਨੈਂਸ ਹੈ, ਅਤੇ ਰੈਜ਼ੋਨੈਂਸ ਵਿਡਥ ਜੋ ਕਿ ਇਸ ਵਿਡਥ ਦੀ ਵੈਲਿਊ ਅੱਧੀ ਸਿਖਰ ਤੇ ਹੈ। ਇਸ ਪੁਆਇੰਟ ਨੂੰ ਇਸ ਸਿਖਰ ਦੇ ਸੰਬੰਧ ਵਿੱਚ ਕਹੀਏ ਤਾਂ ਇਹ Q ਵਧਣ ਦੇ ਨਾਲ ਸੰਕੁਚਿਤ ਹੁੰਦਾ ਜਾਂਦਾ ਹੈ। ਇਸ ਲਈ ਇਹ Q ਵੈਲਿਊ ਨੂੰ ਸਮਝਣ ਦਾ ਇੱਕ ਹੋਰ ਤਰੀਕਾ ਹੈ ਜੋ ਸਾਨੂੰ ਐਂਪਲੀਫਿਕੇਸ਼ਨ ਫੈਕਟਰ ਬਾਰੇ ਦੱਸ ਰਿਹਾ ਹੈ, ਪਰ ਅੰਤ ਵਿੱਚ ਇਹ ਉਸੇ ਅਰਥ ਨਾਲ ਸੰਬੰਧਿਤ ਹੈ ਜੋ ਅਸੀਂ ਪਹਿਲਾਂ ਦੇਖਿਆ ਸੀ। ਇਹ ਸਿਰਫ ਕਿਸੇ ਪੱਧਰ ਤੇ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੰਨੀ ਊਰਜਾ ਵਿੱਚ ਰੱਖਦੇ ਹੋ। ਓਸੀਲੇਟਰ ਦੁਆਰਾ ਬਰਕਰਾਰ ਰਹਿੰਦੀ ਹੈ। ਜੇਕਰ ਓਸੀਲੇਟਰ ਇਸ ਨੂੰ ਲੰਬੇ ਟਾਈਮ ਤੱਕ ਬਰਕਰਾਰ ਰੱਖ ਸਕਦਾ ਹੈ, ਤਾਂ ਤੁਸੀਂ ਕਹੋਗੇ ਕਿ ਇਸ ਦਾ Q ਵੈਲਿਊ ਵੱਡਾ ਹੈ। ਇਸ ਲਈ ਅੱਜ ਦੇ ਮੋਡਿਊਲ ਵਿੱਚ ਜੋ ਅਸੀਂ ਚਰਚਾ ਕਰ ਰਹੇ ਹਾਂ ਉਸ ਨੂੰ ਸੰਖੇਪ ਕਰਨ ਲਈ ਅਸੀਂ ਇਹ ਪਹਿਲਾ ਅਤੇ ਮਹੱਤਵਪੂਰਨ ਨਤੀਜਾ ਪ੍ਰਾਪਤ ਕਰਦੇ ਹਾਂ ਕਿ ਇੱਕ ਸਾਈਕਲ ਵਿੱਚ ਸਪਲਾਈ ਕੀਤੀ ਐਵਰੇਜ ਪਾਵਰ ਦੇ ਇਕੁਅਲ ਹੈ, ਜੋ ਓਸੀਲੇਟਰ ਉਸੇ ਚੱਕਰ ਵਿੱਚ ਵਿਘਨ ਪਾਉਂਦੀ ਹੈ ਅਤੇ ਭਵਿੱਖ ਦੀ ਵਰਤੋਂ ਲਈ ਪਾਵਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਟੋਰ ਨਹੀਂ ਕਰਦੀ ਹੈ। ਅਤੇ ਅਸੀਂ ਇਹ ਦਿਖਾਉਣ ਦੇ ਯੋਗ ਸੀ ਕਿ Q ਵੈਲਿਊ ਜੋ ਅਸੀਂ ਪਹਿਲਾਂ ਹੀ ਇੱਕ ਪੁਰਾਣੇ ਮੋਡਿਊਲ ਵਿੱਚ ਦੇਖਿਆ ਸੀ, ਹੁਣ ਇਸ ਰੈਜ਼ੋਨੈਂਸ ਕਰਵ ਦੀ ਵਿਡਥ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਅਤੇ Q ਵੈਲਿਊ ਓਮੇਗਾ 0 ਬਾਏ ਓਮੇਗਾ 2 ਮਾਈਨਸ ਓਮੇਗਾ 1 ਦੇ ਇਕੁਅਲ ਹੈ, ਜਿੱਥੇ ਓਮੇਗਾ 2 ਅਤੇ ਓਮੇਗਾ 1 ਡਰਾਈਵਿੰਗ ਫ੍ਰੀਕੁਐਂਸੀ ਦੇ ਦੋ ਵੈਲਿਊ ਨਾਲ ਮੇਲ ਖਾਂਦਾ ਹੈ, ਜਿਸ ਤੇ ਐਵਰੇਜ ਪਾਵਰ ਸਪਲਾਈ ਕੀਤੀ ਗਈ ਹਾਫ ਪੀਕ ਵੈਲਿਊ ਹੈ। ਅਤੇ ਅੰਤ ਵਿੱਚ ਅਸੀਂ ਇਹ ਦਿਖਾਉਣ ਦੇ ਯੋਗ ਹੋ ਗਏ ਕਿ Q ਫੈਕਟਰ ਇੱਕ ਸ਼ੁਰੂਆਤੀ ਐਂਪਲੀਟਿਊਡ ਦੁਆਰਾ ਡਿਵਾਈਡ ਕੀਤੇ ਗਏ ਸਕੁਏਅਰ ਐਂਪਲੀਟਿਊਡ ਵਿਚਕਾਰ ਅਨੁਪਾਤ ਹੈ। ਅਤੇ ਅਗਲੇ ਮੋਡਿਊਲ ਵਿੱਚ ਇਹਨਾਂ ਸਾਰੇ ਕਨਸੈਪਟ ਦੀਆਂ ਕੁਝ ਐਪਲੀਕੇਸ਼ਨਾਂ ਨੂੰ ਦੇਖਾਂਗੇ।